ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ USA ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਤੇ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜਿਹਾ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਸੋ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਸ ਬਾਰੇ ਚਰਚਾ ਜਿਹੜੀ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਕੀ ਕੁਝ ਬਦਲ ਰਿਹਾ ਆ, ਕੀ ਕੁਝ ਨਵਾਂ ਆ ਰਿਹਾ ਆ। AI ਨੂੰ ਲੈ ਕੇ ਕੁਛ ਨਾ ਕੁਛ ਨਵਾਂ ਜਿਹੜਾ ਉਹ ਹੁੰਦਾ ਹੀ ਰਹਿੰਦਾ ਆ, ਉਹਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਦੁਨੀਆ ਤੇਜ਼ੀ ਦੇ ਨਾਲ ਬਦਲ ਰਹੀ ਆ ਤੇ ਉਸ ਬਦਲਦੀ ਦੁਨੀਆ ਦੀ ਰਫ਼ਤਾਰ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਦੀ ਜਿਹੜੀ ਕੋਸ਼ਿਸ਼ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਰਹਿੰਦੀ ਆ। ਟੈਕਨੋਲੋਜੀ ਦੀ ਦੁਨੀਆ ਵਿੱਚ ਹਰਵਿੰਦਰ ਡਾਇਵਰਸਿਟੀ, ਐਕੁਇਟੀ, ਇਨਕਲੂਜਨ ਆਪਾਂ ਬਹੁਤ ਸੁਣਦੇ ਰਹੇ। ਇਸ ਮੌਕੇ ਜੋ ਪ੍ਰਸ਼ਾਸਨ ਆਇਆ ਆ ਉਹ ਟੋਟਲੀ ਇਸ ਚੀਜ਼ ਨੂੰ ਖਦੇੜਨ ਦੇ ਵਿੱਚ ਲੱਗਾ ਹੋਇਆ। ਉਹ ਕਹਿੰਦੇ ਵੀ ਇਹ ਮੈਰਿਟਲੈਸ ਚੀਜ਼ ਆ, ਇਹਦਾ ਕੋਈ ਫਾਇਦਾ ਨਹੀਂ, ਇਸ ਦਾ ਕੋਈ ਅਸਰ ਨਹੀਂ। ਇਹ ਇਨਫੈਕਟ ਕਹਿੰਦੇ ਵੀ ਸਭ ਪਾਰ ਜਾਂ ਲੋਹ ਪਾਰ ਇਹਦੇ ਨਾਲ ਆਪਾਂ ਬੰਦੇ ਆ ਜਾਂ ਬੁੜੀਆਂ ਆ ਉਹ ਹਾਇਰ ਕਰ ਲੈਂਦੇ ਆ, ਜੋ ਕਿ ਇਵੈਂਚੁਅਲੀ ਕੰਪਨੀ ਦੇ ਲਈ ਜਾਂ ਮੁਲਕ ਦੇ ਲਈ ਨੁਕਸਾਨਦੇਹ ਹੁੰਦੀ ਆ। ਹੁਣ ਹੈ ਕਿ ਇਹ DEI ਜੋ ਆਪਾਂ ਸੁਣਦੇ ਆ, ਇਹ ਇਸ ਟਾਈਮ ਇਹਦੇ ਉੱਤੇ ਦੀ ਤਲਵਾਰ ਕਿਉਂ ਡਿੱਗ ਰਹੀ ਹੈ, ਇਸ ਦੇ ਉੱਤੇ ਗਾਜ ਕਿਉਂ ਡਿੱਗ ਰਹੀ ਆ। ਤੇ ਓਵਰਆਲ ਆਪਾਂ ਜੋ ਕਿ ਇੱਕ ਮਾਈਨੋਰਟੀ ਕਮਿਊਨਿਟੀ ਚੋਂ ਆਪਾਂ ਬਿਲੋਂਗ ਕਰਦੇ ਆ, ਆਪਣੇ ਉੱਤੇ ਇਸ ਚੀਜ਼ ਦਾ ਕੀ ਅਸਰ, ਜਿਹੜਾ ਇੰਪੈਕਟ ਜਿਹੜਾ ਉਹ ਆਪਾਂ ਨੂੰ ਨਜ਼ਰ ਆਉਂਦਾ। ਹਾਂਜੀ, ਸੋ ਮੈਂ ਥੋੜਾ ਜਿਹਾ ਇਹਦੇ 'ਚ ਐਡ ਕਰ ਦੇਵਾਂ ਕਿ ਮਿਨੋਰਿਟੀ ਦੇ ਨਾਲੋਂ ਵੀ ਮੈਨੂੰ ਲੱਗਦਾ ਕਿ ਆਪਾਂ ਇੱਕ ਮਾਈਕਰੋ ਮਿਨੋਰਿਟੀ ਆ ਅਮਰੀਕਾ ਦੇ ਵਿੱਚ। ਮੈਂ ਕੁਝ ਸਟੈਟਸ ਪੜ੍ਹਦਾ ਸੀ, ਚਲੋ ਪੰਜਾਬੀ ਦੇ ਉੱਤੇ ਹੀ, ਭਾਸ਼ਾ ਉੱਤੇ ਹੀ ਗੱਲ ਕਰ ਲਈਏ ਤਾਂ 0.06% ਲੋਕ ਹੀ ਆ ਜਿਹੜੇ ਉਹ ਪੰਜਾਬੀ ਬੋਲਦੇ ਆ। ਠੀਕ ਹੈ। ਸੋ ਮਾਈਕਰੋ ਮਿਨੋਰਿਟੀ ਕਹਿ ਸਕਦੇ ਹਾਂ, ਪਰ ਜਿਹੜਾ DEI ਅੱਜ ਕੱਲ੍ਹ ਕਾਫੀ ਰੌਲੇ ਦੇ ਵਿੱਚ ਆ। ਇਲਨ ਮਸਕ, ਵਿਵੇਕ ਰਾਮਾਸਾਮੀ ਜਾਂ ਹੋਰ ਵੀ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਉਸ ਸੋਚ ਦੇ ਨਾਲ ਸੰਬੰਧ ਰੱਖਦੇ ਆ, ਉਹ DEI ਨੂੰ ਕੈਂਸਲ ਕਰਨ ਦੀਆਂ ਗੱਲਾਂ ਕਰਦੇ ਆ, ਹਨਾ। ਤੇ ਕਾਫੀ ਹੱਦ ਤੱਕ ਉਹ ਸਕਸੈਸਫੁਲ ਵੀ ਆ ਰਾਜਕਰਨ, ਕਿਉਂਕਿ ਆਪਾਂ ਦੇਖਿਆ ਕਿ ਕਾਫੀ ਜ਼ਿਆਦਾ ਜਿਹੜੀ ਕੰਪਨੀਜ਼ ਆ, ਚਲੋ ਪ੍ਰਸ਼ਾਸਨ ਦੀ ਇੱਕ ਪਾਸੇ ਨੂੰ ਗੱਲ ਕਰਦੀ ਹੈ, ਉਹਦੇ ਵਿੱਚ ਤਾਂ DEI ਆਲਮੋਸਟ ਅਬੋਲਿਸ਼ ਹੀ ਕਹਿ ਲਿਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਪਿਛਲੇ 10-15 ਦਿਨਾਂ ਦੇ ਵਿੱਚ ਅਸੀਂ ਦੇਖ ਲਿਆ। ਪਰ ਉਹ ਤੋਂ ਲੈਦਾ ਵੀ ਇੱਕ ਕਲਚਰ ਜਿਹੜਾ ਵਾ ਉਹ ਹੁਣ ਐਂਟੀ DEI ਕਾਈਂਡ ਆਫ ਹੋ ਗਿਆ, ਹਨਾ। ਮੈਟਾ ਨੇ ਅਨਾਉਂਸ ਕੀਤਾ ਕਿ DEI ਇਨੀਸ਼ੀਏਟਿਵ ਅਸੀਂ ਸਕ੍ਰੈਪ ਕਰਾਂਗੇ। ਅਸੀਂ ਆਪਣੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਸੀ ਕਿ ਉਹ ਜਿਹੜੇ ਪੁਰਾਣੇ ਉਹਨਾਂ ਦੇ ਐਗਜ਼ੈਕਟਿਵ ਆ, ਹਨਾ, ਸ਼ੈਰਲਬਰਗ ਵਗੈਰਾ, ਉਹਨਾਂ ਦੇ ਉੱਤੇ ਜਿਹੜਾ ਦੋਸ਼ ਉਹਨਾਂ ਲਾਇਆ ਕਿ ਉਹਨਾਂ ਦੇ ਕਰਕੇ ਇਨੀਸ਼ੀਏਟਿਵਸ ਹੋਏ। ਐਮਾਜ਼ੋਨ ਨੇ ਪੈਰ ਖਿੱਚ ਲਿਆ, ਹਨਾ। ਹਾਰਲੇ ਡੇਵਿਡਸਨ ਨੇ ਪੈਰ ਪਿਛਲੇ ਨੂੰ ਖਿੱਚ ਕੇ, ਤੇ ਹੋਰ ਵੀ ਕਾਫੀ ਅਨੇਕਾਂ ਜਿਹੜੀਆਂ ਕੰਪਨੀਜ਼ ਆ ਛੋਟੀਆਂ ਵੱਡੀਆਂ, ਔਰ DEI ਨੇ ਇਨੀਸ਼ੀਏਟਿਵ ਜਿਹੜੇ ਆ ਰੋਲ ਬੈਕ ਕਰ ਰਹੇ ਆ ਕਿਸੇ ਨਾ ਕਿਸੇ ਤਰੀਕੇ। ਸੋ ਇਹ ਸਾਰੀ ਗੱਲਬਾਤ ਦੇ ਵਿੱਚ, ਕਿਉਂਕਿ ਫਿਰ ਵੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਬਿਜ਼ਨਸ ਓਨਰਸ ਆ, ਹਨਾ, ਜੌਬਾਂ ਦੇ ਵਿੱਚ ਫਿਰ ਵੀ ਮੈਨੂੰ ਲੱਗਦਾ ਕਿ ਆਪਣੇ ਕੰਪੈਰੇਟਿਵਲੀ ਜਿਹੜੀ ਕਮਿਊਨਿਟੀ ਆ ਇਸ ਤਰ੍ਹਾਂ ਦੀ ਹਾਈ ਐਂਡ ਟੈਕ ਜੌਬਾਂ ਦੇ ਵਿੱਚ ਕੰਪੈਰੇਟਿਵਲੀ ਘੱਟ ਆ। ਠੀਕ ਆ, ਉੱਦਾਂ ਜੌਬਾਂ ਦੇ ਵਿੱਚ ਬਹੁਤ ਆ ਕਮਿਊਨਿਟੀ, ਤੇ ਪਰ ਇਸ ਲਈ ਜਿਹੜੀ ਆਪਾਂ ਗੱਲਬਾਤ ਵਿੱਚ DEI ਦੀ ਅੱਜ ਗੱਲ ਕਨਵਰਸੇਸ਼ਨ ਰੱਖਣੀ ਇਸ ਲਈ ਜ਼ਰੂਰੀ ਸੀ ਤਾਂ ਕਿ ਆਪਣੇ ਸਰੋਤੇ ਤੇ ਵਿਊਅਰਸ ਨੂੰ ਸਮਝ ਲੱਗ ਸਕੇ ਕਿ USA ਦੇ ਪਰਸਪੈਕਟਿਵ ਤੋਂ ਆਪਾਂ ਗੱਲਬਾਤ ਸਿਰਫ ਅਮਰੀਕਾ ਦੇ ਪਰਸਪੈਕਟਿਵ ਤੋਂ ਰੱਖਣੀ ਆ। ਤੇ ਉਹਦੇ ਵਿੱਚ ਇਹ DEI, ਡਾਇਵਰਸਿਟੀ, ਐਕੁਇਟੀ, ਇਨਕਲੂਜਨ, ਇਹ ਕੀ ਕਨਸੈਪਟ ਆ ਤੇ ਇਹ ਕਿਉਂ, ਜਿੱਦਾਂ ਤੁਸੀਂ ਕਿਹਾ, ਅੱਜ ਕੱਲ੍ਹ ਫਾਇਰ ਦੇ ਥੱਲੇ। ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਡਾਇਵਰਸਿਟੀ, ਐਕੁਇਟੀ ਐਂਡ ਇਨਕਲੂਜਨ ਦਾ ਜਿਹੜਾ ਕਨਸੈਪਟ ਆ, ਇਹ ਇੱਕ ਆਰਗੇਨਾਈਜੇਸ਼ਨਲ ਫਰੇਮਵਰਕ ਆ, ਜਿਹਦੇ ਵਿੱਚ ਜਿਹਦਾ ਜਿਹੜਾ ਕਨਸੈਪਚੁਅਲ ਆਈਡੀਆ ਇਹ ਆ ਕਿ ਜਿਹੜੇ ਮਿਨੋਰਿਟੀਜ਼ ਆ ਜਾਂ ਲੋ ਇਨਕਮ ਗਰੁੱਪਸ ਆ ਜਾਂ ਅੰਡਰ ਰੈਪਰੈਜ਼ੈਂਟੇਟਿਵ ਗਰੁੱਪਸ ਆ, ਉਹਨਾਂ ਦੀ ਜਿਹੜੀ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਏ ਕਿਸੇ ਆਰਗੇਨਾਈਜੇਸ਼ਨ ਵਿੱਚ, ਇਨਫਰਾਸਟਰਕਚਰ ਵਿੱਚ, ਤਾਂ ਕਿ ਉਹਨਾਂ ਦੀ ਐਕੁਇਟੀ ਜਿਹੜੀ ਆ ਉਸ ਫੀਲਡ ਦੇ ਵਿੱਚ ਦੇਖੀ ਜਾ ਸਕੇ। ਹੁਣ ਮਿਸਾਲ ਦੇ ਤੌਰ ਤੇ ਹਨਾ, ਆਪਾਂ ਐਗਜ਼ਾਮਪਲ ਲੈ ਲੈਂਦੇ ਵੀ ਜਿਹੜੇ ਬਲੈਕਸ ਆ, ਜੀ, ਜਾਂ ਅਫਰੀਕਨ ਅਮਰੀਕਨ ਵੀ ਕਹਿ ਦਿੰਦੇ ਆ, ਰੇਸ ਦੇ ਤੌਰ ਦੇ ਉੱਤੇ ਬਲੈਕ ਆ ਜਿਹੜੇ, ਉਹ ਅਮਰੀਕਾ ਵਿੱਚ ਕੋਈ 10-12% ਲੋਕ ਹੋਣਗੇ, ਹਨਾ।
ਤੇ ਉਹਨਾਂ ਦੀ ਅਸੀਂ ਦੇਖਿਆ ਜਾਏ ਤੇ ਉਹਨਾਂ ਦੇ ਟੈਕ ਦੇ ਵਿੱਚ, ਕਿਉਂਕਿ ਮੈਂ ਟੈਕ ਦੇ ਵਿੱਚ ਹੈਗਾ, ਤੇ ਉਹਨਾਂ ਦੀ ਜਿਹੜੀ ਪਾਰਟਿਸਿਪੇਸ਼ਨ ਆ ਉਹ 12% ਤੋਂ ਕਿਤੇ ਥੱਲੇ ਆ, ਸ਼ਾਇਦ 2-3% ਹੋਵੇ, ਹਨਾ। ਸੋ ਉਹਦੇ ਜਿਹੜੇ ਜਦੋਂ ਇਹਦਾ ਫਰੇਮਵਰਕ ਕਿੱਦਾਂ ਆਉਂਦਾ ਡਾਇਵਰਸਿਟੀ ਐਕੁਇਟੀ ਇਨਕਲੂਜਨ ਦਾ, ਸੋ ਉਹਦੇ ਵਿੱਚ ਕਈ ਤਰ੍ਹਾਂ ਦੇ ਇਨੀਸ਼ੀਏਟਿਵ ਅੱਗੇ ਆ ਜਾਂਦੇ ਕਿ ਇਹਨਾਂ ਨੂੰ ਮੇਕ ਸ਼ੋਰ ਕਰਨਾ ਕਿ ਜਿਹਨਾਂ ਦੀ ਗਿਣਤੀ 10% ਆਪਣਾ 12% 10% ਹੈਗੀ ਆ, ਤੇ ਕੀ ਕਾਰਨ ਆ ਕਿ ਇਹ ਲੈਗ ਕਰ ਰਹੇ ਆ ਪਿੱਛੇ। ਸੋ ਉਹਨਾਂ ਨੂੰ ਕੁਝ ਐਕਸਟਰਾ ਰਿਸੋਰਸਿਸ ਜਿਹੜੇ ਆ ਉਹ ਦਿੱਤੇ ਜਾਂਦੇ ਆ, ਉਹਦੇ ਵਿੱਚ ਕੁਝ ਤੁਸੀਂ ਫੰਡਿੰਗ ਅਲਾਟ ਕਰਦੇ ਹੋ ਕਿ ਉਹਨਾਂ ਉਦਾਂ ਦੇ ਰਿਸੋਰਸਿਸ ਜਿਹੜੇ ਆ ਉਸ ਕਮਿਊਨਿਟੀ ਦੇ, ਉਹਨਾਂ ਨੂੰ ਸਪੈਸ਼ਲੀ ਤੁਸੀਂ ਟ੍ਰੇਨ ਕਰਦੇ ਹੋ, ਉਹਨਾਂ ਦੇ ਸਕੂਲ ਦੇ ਵਿੱਚ, ਸਕੂਲਾਂ ਦੇ ਵਿੱਚ, ਹੈ ਨਾ, ਇੰਜੀਨੀਅਰਿੰਗ ਦੀ ਟੈਕ ਦੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਇਦਾਂ ਦੇ ਕੁਝ ਵੀ ਹੀ ਸੀ ਵਰਤੇ ਜਾਣ ਤਾਂ ਕਿ ਉਹ ਵੀ ਐਟ ਪਾਰ ਆ ਸਕਣ ਆਪਣੀ ਗਿਣਤੀ ਦੇ ਹਿਸਾਬ ਦੇ ਨਾਲ, ਹਨਾ। ਇਹ ਮੈਂ ਰੇਸ ਦੀ ਗੱਲ ਕੀਤੀ, ਹਨਾ। ਇਹਦੇ ਵਿੱਚ ਕਈ ਹੋਰ ਵੀ ਗਰੁੱਪਸ ਹੈਗੇ ਆ ਜਿਹਦੇ ਵਿੱਚ ਤੁਸੀਂ ਜੈਂਡਰ ਬੇਸਡ ਹੋ ਸਕਦੇ ਹਨ, ਬੀਬੀਆਂ ਦੀ ਜਿਹੜੀ ਪਾਰਟਿਸਿਪੇਸ਼ਨ ਆ ਕੰਪੈਰੀਟਿਵਲੀ ਟ੍ਰੈਡੀਸ਼ਨਲੀ ਟੈਕ ਦੇ ਵਿੱਚ ਉਹ ਘੱਟ ਮੰਨੀ ਜਾਂਦੀ ਆ, ਉਹਨਾਂ ਦਾ ਜੈਂਡਰ ਬੇਸ ਹੋ ਸਕਦਾ, ਉਹਨਾਂ ਦਾ ਰੇਸ ਬੇਸ ਹੋ ਸਕਦਾ, ਰਿਲੀਜਨ ਬੇਸਡ ਵੀ, ਹਨਾ, ਕਈ ਹੋ ਸਕਦੇ ਆ ਕਿ ਜਿਹੜੀ ਆਇਡੈਂਟੀਟੀ ਦੇ ਨਾਲ ਰਿਲੇਟਡ, ਆਇਡੈਂਟੀਟੀ ਕੋਈ ਵੀ ਹੋ ਸਕਦੀ ਹੈ, ਸੈਕਸ਼ੂਅਲ ਓਰੀਐਂਟੇਸ਼ਨ ਵੀ ਹੋ ਸਕਦੀ, ਡਿਸੇਬਿਲਿਟੀ ਦਾ ਵੀ ਇੱਕ ਬਹੁਤ ਵੱਡਾ ਰੌਲਾ ਇਹਦੇ ਵਿੱਚ, ਹੈ ਨਾ, ਕਿ ਜਿਹੜੇ ਲੋਕੀ ਡਿਸੇਬਲ ਹਨ ਖਾਸ ਤੌਰ ਦੇ ਉੱਤੇ ਕਈ ਵਾਰ ਉੱਦਾਂ ਦੀ ਸਹੂਲਤਾਂ ਨਹੀਂ ਮਿਲਦੀਆਂ, ਜਾਂ ਸਪੈਸ਼ਲੀ ਏਬਲਡ ਅਸੀਂ ਅਮਰੀਕਾ ਵਿੱਚ ਉਹਨਾਂ ਨੂੰ ਕਹਿੰਦੇ ਆ, ਤੇ ਉਹਨਾਂ ਦੀ ਜਿਹੜਾ ਰਿਲੀਜਨ ਵੀ ਆ, ਹਨਾ, ਜਿੱਦਾਂ ਆਪਾਂ ਸਾਡੇ ਲਈ ਖਾਸ ਤੌਰ ਤੇ ਇਹ ਹੈ ਕਿ ਆਪਾਂ ਪੱਗਾਂ ਬੰਨ੍ਹਦੇ ਆ, ਹਨਾ, ਕੇਸ ਹੈਗੇ ਆ ਸਾਡੇ, ਤੇ ਹੋ ਸਕਦਾ ਜਿਹੜਾ ਫਰੰਟ ਐਂਡ ਦੇ ਉੱਤੇ ਬੰਦਾ ਹੋਏ ਉਹ ਇਸੇ ਕਰਕੇ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਦਾ ਹੋਏ ਜਾਂ ਕੋਈ ਇਦਾਂ ਦੀ ਚੀਜ਼ਾਂ ਹੋ ਸਕਦੀਆਂ, ਕੁਝ ਵੀ ਹੋ ਸਕਦੀਆਂ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਸ਼ਮੂਲੀਅਤ ਆ ਆਰਗੇਨਾਈਜੇਸ਼ਨ ਦੇ ਵਿੱਚ ਉਨੀ ਨਹੀਂ ਹੋ ਸਕਦੀ। ਸੋ ਉਹਦੇ ਉੱਤੇ ਆਪਾਂ ਥੋੜੀ ਜਿਹੀ ਤੇ ਬੈਕ ਸਾਈਡ ਦੇ ਉੱਤੇ ਜਾਂਦੇ ਆ ਕਿ ਇਹ ਜਿਹੜੀ ਪਾਲਿਸੀ DEI ਪਾਲਿਸੀ ਨਵੀਂ ਪਾਲਿਸੀ ਨਹੀਂ ਹੈਗੀ, ਇਹਦੇ ਚ ਅਸੀਂ ਜੜ ਲੱਭਣੀ ਹੋਏ ਤੇ ਇਹਦੀ ਜਿਹੜੀ ਜੜ ਆ 1961 ਦੀ ਮਾਰਚ ਦੇ ਵਿੱਚ ਪ੍ਰੈਜ਼ੀਡੈਂਟ ਜੌਨ F ਕੈਨੇਡੀ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ, ਜਿਹਨੂੰ ਅਫਰਮੇਟਿਵ ਐਕਸ਼ਨ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ। ਸੋ ਉਹਦੇ ਵਿੱਚ ਇਹ ਇਨਸ਼ੋਰ ਕੀਤਾ ਗਿਆ ਸੀ ਕਿ ਜਿਹੜੇ ਐਪਲੀਕੈਂਟਸ ਆ, ਜਿਹੜੇ EMPLOYEE ਆ, ਉਹਨਾਂ ਨੂੰ ਫੇਅਰਲੀ ਟ੍ਰੀਟ ਕੀਤਾ ਜਾਏ ਡਿਊਰਿੰਗ EMPLOYMENT, ਇਰਰਿਸਪੈਕਟਿਵ ਕਿ ਉਹ ਕਿਹੜੀ ਰੇਸ ਦੇ ਵਿੱਚੋਂ ਆ, ਕਿਹੜੇ ਕਲਰ ਦੇ ਆ, ਉਹਨਾਂ ਦਾ ਨੈਸ਼ਨਲ ਓਰੀਜਨ ਕੀ ਆ, ਹਨਾ। ਸਾਨੂੰ ਪਤਾ ਵੀ 60s ਦੇ ਵਿੱਚ ਇੱਥੇ ਕਾਫੀ ਜ਼ਿਆਦਾ ਸੋ ਕਾਲਡ ਰੇਸਿਸਟ ਪਾਲਿਸੀਜ਼ ਜਿਹੜੀਆਂ US ਦੇ ਵਿੱਚ ਪ੍ਰਚਲਿਤ ਸੀ ਬਹੁਤ ਜ਼ਿਆਦਾ। ਸੋ ਬੇਸਿਕਲੀ ਉਹਦੇ ਵਿੱਚ ਇਹ ਵੀ ਜਿਹੜੀ ਨਾਨ ਡਿਸਕ੍ਰਿਮੀਨੇਸ਼ਨ ਆ ਉਹਨਾਂ ਨੂੰ ਘਟਾਇਆ ਜਾਏ। ਸੋ ਉਹਦੇ ਤੋਂ ਫਿਰ ਵੱਧਦਾ ਇੱਕ ਹੋਰ 1965 ਸਤੰਬਰ ਦੇ ਵਿੱਚ ਪ੍ਰੈਜ਼ੀਡੈਂਟ ਜੌਨਸਨ ਜਿਹੜੇ ਆ ਉਹ ਐਗਜ਼ੈਕਟਿਵ ਆਰਡਰ ਜਾਰੀ ਕਰਦੇ ਆ ਕਿ ਤੁਸੀਂ ਹਾਇਰ ਕਰੋ ਵਿਦਆਊਟ ਰਿਗਾਰਡ ਟੂ ਰੇਸ, ਰਿਲੀਜਨ ਤੇ ਨੈਸ਼ਨਲ ਓਰੀਜਨ। ਸੋ ਇਦਾਂ ਹੀ ਕਰਕੇ ਜਿਹੜਾ ਕੰਮਕਾਰ ਆ ਜਿਹੜਾ ਉਹ ਇਸ ਫੀਲਡ ਦੇ ਵਿੱਚ ਵੱਧਦਾ ਗਿਆ। ਪਰ ਰਾਜਕਨ ਤੁਸੀਂ ਇਹ ਦੇਖੋ ਕਿ 1961 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ, ਹਨਾ, ਆਪਾਂ ਨੂੰ ਤਕਰੀਬਨ 60 ਸਾਲ ਹੋ ਗਏ, 60-65 ਸਾਲ ਹੋ ਗਏ ਉਸ ਗੱਲ ਨੂੰ। ਤਾਂ ਉਹਦੇ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਇਹ ਦੇਖ ਲਓ ਕਿ ਬਹੁਤ ਜ਼ਿਆਦਾ ਇੰਪਰੂਵਮੈਂਟ ਨਹੀਂ ਆਈ। ਬੇਸਿਕਲੀ ਇੰਪਰੂਵਮੈਂਟ ਤਾਂ ਜ਼ਰੂਰ ਆਈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਜੇ ਐਟ ਪਾਰ ਅੱਜ ਵੀ ਨਹੀਂ ਹੈਗਾ, ਹਨਾ। ਸੋ ਇਸੇ ਤਰ੍ਹਾਂ ਜਿਹੜਾ ਮੋਮੈਂਟਮ ਆ 80s ਦੇ ਵਿੱਚ ਵੀ ਚੱਲਦਾ ਰਿਹਾ। ਪ੍ਰੈਜ਼ੀਡੈਂਟ ਰੋਨਾਲਡ ਰੀਗਨ ਨੇ, ਹਨਾ, ਜਿੱਦਾਂ ਜੋ ਵੀ ਉਹਨਾਂ ਦੇ ਪੋਲੀਟੀਕਲ ਅਪਰੋਚ ਹੁੰਦੀ ਆ ਉਹਦੇ ਵਿੱਚ ਉਹਨਾਂ ਨੂੰ ਥ੍ਰੈਟਨ ਕਰਨ ਦੀ ਕੋਸ਼ਿਸ਼ ਕੀਤੀ। ਤੇ 2000 ਦੇ ਵਿੱਚ ਤਾਂ ਜਿੱਦਾਂ .com ਮੈਨੂੰ ਲੱਗਦਾ ਅਬੋਵ ਦ ਵਰਲਡ ਜਿਹੜੇ ਕਾਰਪੋਰੇਸ਼ਨਸ ਆ ਔਨ ਐਵਰੇਜ, ਸੋ ਉਹਨਾਂ ਇੱਕ ਐਸਟੀਮੇਟ ਲਾਇਆ ਗਿਆ ਕਿ $8 ਬਿਲੀਅਨ ਜਿਹੜਾ ਸਾਲਾਨਾ ਉਹ ਐਨੂਅਲ ਜਿਹੜਾ ਸਾਲਾਨਾ ਉਹ ਡਾਇਵਰਸਿਟੀ ਉੱਤੇ ਖਰਚ ਕਰਦੀ ਹੈ, ਡਾਇਵਰਸਿਟੀ ਇਨੀਸ਼ੀਏਟਿਵਸ ਦੇ ਉੱਤੇ। ਫਿਰ ਇਹਦੇ ਵਿੱਚ ਖਾਸ ਤੌਰ ਤੇ ਰਾਜਕਰਨ ਜਿਹੜਾ ਜ਼ੋਰ ਲਾਇਆ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ US ਦੇ ਪ੍ਰੈਜ਼ੀਡੈਂਟ ਬਣਦੇ ਆ, ਉਹਨਾਂ ਕੁਛ ਸੀਰੀਜ਼ ਆਫ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ ਤੇ ਉਹਦੇ ਕਰਕੇ ਇਹਦਾ ਜਿਹੜਾ ਜ਼ੋਰ ਆ ਫੜ ਲਿਆ। ਪਰ ਸਭ ਤੋਂ ਵੱਧ ਜਿਹੜਾ ਇਹਦਾ ਜ਼ੋਰ ਰਾਜਕਰਨ ਫੜਿਆ, ਮੈਨੂੰ ਲੱਗਦਾ ਜਿੱਥੋਂ ਡਿਵੀਜ਼ਿਵ ਵੀ ਇਹ ਬਹੁਤ ਹੋਇਆ, ਉਹ 2016 ਦੇ ਵਿੱਚ ਜਿਹੜਾ ਬਲੈਕ ਲਾਈਵ ਮੈਟਰ ਮੂਵਮੈਂਟ ਜਿਹੜੀਆਂ ਚੱਲੀਆਂ ਉਸ ਤੋਂ ਬਾਅਦ, ਤੇ ਉਹਦੇ ਕਰਕੇ ਜਿਹੜੇ ਆ ਡਿਵਰਜਨਸ ਬਹੁਤ ਜ਼ਿਆਦਾ ਆਈਆਂ, ਹਨਾ। ਜਿਹੜਾ ਪਾਟੋ ਧਾੜੇ ਆਪੋਜੀਸ਼ਨ ਵਾਲੇ ਤੇ ਅਗੇਂਸਟ ਵਾਲੇ ਡੈਮੋਕ੍ਰੇਟ ਜਿਹੜੇ ਉਹ 2-4 ਹੋ ਗਏ। ਅਸੀਂ ਤੇ ਬਿਲਕੁਲ ਹੀ ਹੱਕ ਵਿੱਚ ਆ, ਰਿਪਬਲਿਕਨ ਜਾਂ ਰਾਈਟ ਲੀਨਿੰਗ ਜਿਹੜੇ ਅਸੀਂ ਕਹਿੰਦੇ ਸੀ ਬਿਲਕੁਲ ਹੀ ਇਹਦੇ ਆਪੋਜ਼ਿਟ। ਸੋ ਇਹ ਜਿਹੜਾ ਪਾੜਾ ਵੱਧਦਾ ਇਹ ਕਦੇ ਕਾਫੀ ਰੌਲਾ ਜਦੋਂ ਪਿਛਲੀ ਵਾਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਬਣੇ ਆ ਪੋਲੀਟੀਕਲੀ, ਉਦੋਂ ਵੀ ਇਹਦਾ ਚੱਲਦਾ ਰਿਹਾ।
ਪਰ ਇਹਦੇ ਤੋਂ ਬਾਅਦ ਐਰਕਾ ਜਦੋਂ ਹੁਣ 2025 ਦੇ ਵਿੱਚ ਨਵੀਂ ਸਰਕਾਰ ਆਈ ਆ ਤੇ ਉਹਦੇ ਤੋਂ ਉੱਤੇ ਜਿਹੜਾ ਨਜ਼ਲਾ ਇਹਦੇ ਉੱਤੇ ਬਹੁਤ ਹੀ ਜ਼ਿਆਦਾ DEI ਇਨੀਸ਼ੀਏਟਿਵਸ ਦੇ ਉੱਤੇ ਡਿੱਗਿਆ ਤੇ ਫੋਰਸਫੁਲ ਪ੍ਰੋਪੋਨੈਂਟਸ ਹੈਗੇ ਆ ਵੀ ਇਸ ਜਿਹੜਾ ਇਨਫਰਾਸਟ੍ਰਕਚਰ ਨੂੰ ਬਿਲਕੁਲ ਹੀ ਡਿਸਮੈਂਟਲ ਕਰਕੇ ਤੇ ਖਤਮ ਕਰ ਦਿੱਤਾ ਜਾਵੇ ਹੈ ਨਾ। ਸੋ ਇਹ ਸਾਰੀ ਗੱਲਬਾਤ ਥੋੜੀ ਜਿਹੀ ਮੈਂ ਹਿਸਟਰੀ ਇਸ ਲਈ ਵੀ ਰਾਜਕਰਨ ਦੱਸੀ ਹੈ ਕਿ ਜਿੱਦਾਂ ਮੈਂ ਪਹਿਲਾਂ ਆਪਣੀ ਗੱਲਬਾਤ ਦੇ ਵਿੱਚ ਵੀ ਦੱਸਿਆ ਕਿ ਅਸੀਂ ਇੱਥੇ ਇੱਕ ਮਾਈਕਰੋ ਮਿਨੋਰਿਟੀ ਹਾਂ ਅਮਰੀਕਾ ਦੇ ਵਿੱਚ ਤੇ ਵਿਜ਼ੀਬਲੀ ਵੀ ਅਸੀਂ ਇੱਕ ਬਹੁਤ ਛੋਟੀ ਮਿਨੋਰਿਟੀ ਹਾਂ ਆਪਣੇ ਰਿਲੀਜਨ ਕਰਕੇ ਲੈਂਗੁਏਜ ਕਰਕੇ ਮੈਂ ਡੇਟਾ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਹਨਾ। ਸੋ ਉਹਦੇ ਵਿੱਚ ਕੀ ਹੁੰਦਾ ਸੀ ਕਿ ਡਿਵਰਸਿਟੀ ਇਨੀਸ਼ੀਏਟਿਵਸ ਦੇ ਵਿੱਚ ਜਦੋਂ ਤੁਸੀਂ ਕੋਈ ਕੰਪਨੀ ਆਪਣੇ ਆਪ ਨੂੰ ਦਿਖਾਉਂਦੀ ਸੀ ਕਿ ਅਸੀਂ ਅੱਗੇ ਚੱਲ ਰਹੇ ਹਾਂ ਉਹਦੇ ਵਿੱਚ ਸਾਡੇ ਵਰਗੇ ਜਿਹੜੇ ਲੋਕ ਹੁੰਦੇ ਆ ਪੱਗਾਂ ਬੰਨ੍ਹਦੇ ਆ ਹਨਾ। ਸੋ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਆਪਣੀ ਪਛਾਣ ਨੂੰ ਡਿਵਰਸ ਦੱਸਣ ਦੇ ਵਾਸਤੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਵਿੱਚ ਜਾਂ ਮਾਰਕੀਟਿੰਗ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਦੇ ਥਾਂ ਦਿੱਤੀ ਜਾਂਦੀ ਸੀ ਜਸਟ ਟੂ ਸ਼ੋ them ਕਿ ਜਿਹੜੀ ਕੰਪਨੀ ਦਾ ਸਾਡਾ ਜਿਹੜਾ ਕਲਚਰ ਉਹ ਬਹੁਤ ਹਰ ਤਰ੍ਹਾਂ ਦੇ ਲੋਕ ਇੱਥੇ ਹੈਗੇ ਨੇ। ਹਾਂਜੀ ਹਰ ਤਰ੍ਹਾਂ ਦੇ ਲੋਕ ਇੱਥੇ ਹੈਗੇ ਹਨਾ। ਸੋ ਇੱਕ ਮਾਰਕੀਟਿੰਗ ਟ੍ਰੈਂਡ ਜਿਹਾ ਵੀ ਉਦਾਂ ਦਾ ਬਣ ਜਾਂਦਾ ਸੀ। ਪਰ ਮੈਨੂੰ ਲੱਗਦਾ ਕਿ ਹੁਣ ਗੋਇੰਗ ਫਾਰਵਰਡ ਆਪਾਂ ਦੇ ਲਈ ਇਹ ਚੀਜ਼ ਜਿਹੜੀ ਆ ਉਹ ਆਪਣੇ ਟੈਕਨੋਲੋਜੀ ਦੇ ਵਿੱਚ ਹਾਂਜੀ ਹਰਵਿੰਦਰ ਟੈਕਨੋਲੋਜੀ ਦੇ ਵਿੱਚ ਕੋਈ ਵੀ ਟੈਕਨੋਲੋਜੀ ਕੰਪਨੀ ਕਾਫੀ ਡਾਈਵਰਸ ਹੁੰਦੇ ਆ। ਹੁਣ ਅਮਰੀਕਨਸ ਦੇ ਨਾਲੋਂ ਆਪਾਂ ਨੂੰ ਇਹ ਵੀ ਪਤਾ ਵੀ ਜ਼ਿਆਦਾ ਜਿਹੜੇ ਸਟੈਮ ਦੇ ਵਿੱਚ ਬਾਹਰਲੇ ਮੁਲਕਾਂ ਦੇ ਲੋਕ ਜਿਨ੍ਹਾਂ 'ਚ ਭਾਰਤੀ ਵੀ ਆ ਚਾਈਨੀਜ਼ ਵੀ ਆ ਹੋਰ ਵੀ ਕਮਿਊਨਿਟੀਜ਼ ਦੇ ਜਿਹੜੇ ਲੋਕ ਆ ਉਹ ਹੁੰਦੇ ਆ। ਇਹ ਜਿਹੜਾ ਮਸਲਾ ਬਣਿਆ ਵੀ ਮੈਰਿਟ ਦੀ ਥਾਂ ਤੇ ਤੁਸੀਂ ਸਿਰਫ ਉਹਦੇ ਰੰਗ ਨਸਲ ਲਿੰਗ ਉਸ ਆਧਾਰ ਦੇ ਉੱਤੇ ਜਿਹੜੀਆਂ ਜੋਬਾਂ ਜਿਹੜੀਆਂ ਉਹ ਦੇ ਰਹੇ ਆ ਤੁਸੀਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕਿੰਨਾ ਕੁ ਜਿਹੜਾ ਉਹ ਚੀਜ਼ ਨੂੰ ਦੇਖਦੇ ਆ ਕੀ ਰਿਐਲਿਟੀ ਹੈਗੀ ਅਸਲ ਦੇ ਵਿੱਚ ਇਹਦੀ? ਹਾਂਜੀ ਜੇ ਕਈ ਵਾਰ ਨਾ ਆਪਾਂ ਮੀਡੀਆ ਵਿੱਚ ਕਈ ਚੀਜ਼ਾਂ ਦੇਖਦੇ ਆ ਜਿਹੜੀਆਂ ਅਸਲ ਵਿੱਚ ਸੱਚਾਈ ਨਹੀਂ ਹੁੰਦੀ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਜਿਹੜੀ ਵਰਕ ਫੋਰਸ ਆ ਉਹ ਟੈਕ ਦੇ ਵਿੱਚ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਨਾਨ ਵਾਈਟ ਆ। ਹਾਂਜੀ ਕਈ ਕੰਪਨੀਜ਼ ਜਿੱਦਾਂ ਤੁਸੀਂ ਮੈਟਾ ਹੋ ਗਈ ਹੈ ਨਾ ਜਾਂ ਔਰੈਕਲ ਜਾਂ ਵੱਡੀਆਂ ਟੈਕ ਕੰਪਨੀਜ਼ ਕਹਿ ਲਓ ਉਹਨਾਂ ਦੇ ਵਿੱਚ ਕਈ ਮੈਂ ਡੇਟਾ ਦੇਖਦਾ ਸੀ ਲੋਅਰ ਲੈਵਲ ਦੇ ਉੱਤੇ ਇੰਜੀਨੀਅਰ ਤੇ ਟੈਕਨੀਸ਼ੀਅਨ more than 50% ਕਈ ਕੇਸਿਸ ਵਿੱਚ ਨਾਨ ਵਾਈਟ ਆ ਹੈ ਨਾ। ਤੇ ਏਸ਼ੀਅਨਸ ਜਿਹਨੂੰ ਮੋਟੇ ਤੌਰ ਦੇ ਉੱਤੇ ਅਸੀਂ ਕਹਿ ਦਿੰਦੇ ਚਾਈਨੀਜ਼ ਜੈਪਨੀਜ਼ ਇੰਡੀਅਨ ਹੈ ਨਾ ਸਾਊਥ ਏਸ਼ੀਅਨ ਰੀਜਨ ਦੇ ਸਾਊਥ ਈਸਟ ਏਸ਼ੀਅਨ ਲੋਕ। ਸੋ ਉਹਦੇ ਵਿੱਚ ਪਰ ਜਦੋਂ ਆਪਾਂ ਹੌਲੀ ਹੌਲੀ ਉੱਪਰ ਨੂੰ ਜਾਂਦੇ ਆ ਲੈਵਲਸ ਦੇ ਉੱਤੇ ਹੈ ਨਾ ਮੈਨੇਜਰਸ ਬਣਦੇ ਆ ਉਸ ਤੋਂ ਬਾਅਦ ਡਾਇਰੈਕਟਰਸ ਆਉਂਦੇ ਆ ਡਾਇਰੈਕਟਰ ਵਾਈਸ ਪ੍ਰੈਜ਼ੀਡੈਂਟ ਆਉਂਦੇ ਆ ਤੇ ਫਾਈਨਲੀ ਜਦੋਂ C-suite ਦੇ ਉੱਤੇ ਆਉਂਦੇ ਜਿਹਦੇ ਵਿੱਚ ਚੀਫ ਫਾਈਨੈਂਸ਼ੀਅਲ ਆਫਿਸਰ ਚੀਫ ਪ੍ਰੋਡਕਟ ਆਫਿਸਰ ਹੈ ਨਾ ਜਾਂ CEO ਹੋ ਗਏ ਕੰਪਨੀਜ਼ ਦੇ ਉੱਥੇ ਰਾਜਕਰਨ ਉੱਥੇ ਤੁਸੀਂ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਪਾੜਾ ਉਹ ਦੇ ਸਕਦੇ ਹੋ ਹੈ ਨਾ। ਤੇ ਇੱਕ ਡੇਟਾ ਸਟੈਨਫੋਰਡ ਯੂਨੀਵਰਸਿਟੀ ਨੇ ਪਬਲਿਸ਼ ਕੀਤਾ ਸੀ ਉਹਦੇ ਤੇ ਲੈਦਾ ਜਿਹੜੀਆਂ ਸੈਂਡ ਕਰਕੇ ਇੱਕ ਏਸ਼ੀਅਨ ਆਰਗੇਨਾਈਜੇਸ਼ਨ ਉਹਨੇ ਵੀ ਡੇਟਾ ਰਿਪਰੈਜ਼ੈਂਟ ਕੀਤਾ ਸੀ। ਮਿਸਾਲ ਤੌਰ ਦੇ ਉੱਤੇ ਮੈਂ ਐਗਜ਼ਾਮਪਲ ਲੈਣਾ ਕਿ ਮੈਟਾ ਦੇ ਵਿੱਚ ਤਕਰੀਬਨ 50% ਦੇ ਕਰੀਬ ਲੋਕ ਜਿਹੜੇ ਏਸ਼ੀਅਨ ਆ ਐਜ਼ ਅ ਲੋਅਰ ਲੈਵਲ ਦੇ ਉੱਤੇ ਜੋ ਆਪਾਂ ਕਰਦੇ ਇੰਜੀਨੀਅਰ ਟੈਕਨੀਸ਼ੀਅਨ ਲੋਕ ਹੈ ਤੇ ਜਦੋਂ ਉੱਥੇ ਐਗਜ਼ੈਕਟਿਵ ਸਵੀਟਸ ਦੇ ਉੱਤੇ ਜਾਂਦੇ ਆ ਤੇ ਉਹਦੇ ਵਿੱਚ ਆਈ ਥਿੰਕ ਇਹ ਜਿਹੜੇ C-suite ਵੀ ਜਿਹਨੂੰ ਕਹਿ ਦਿੰਦੇ CEO ਤੇ ਉਹਦਾ ਸਟਾਫ ਉਹਦੇ ਵਿੱਚ ਸ਼ਾਇਦ ਇੱਕ ਜਾਂ ਦੋ ਜਾਣੇ ਹਨਾ। ਸੋ 50% ਪ੍ਰੈਜੈਂਟੇਸ਼ਨ ਉੱਥੇ ਵੀ ਨਹੀਂ ਹੈਗੀ। ਚਲੋ ਉਹਦਾ ਇੱਕ ਮਸਲਾ ਹੋਰ ਵੀ ਹੋ ਸਕਦਾ ਹੈ ਨਾ ਕਿ ਲੋਕੀ ਜਿਹੜੇ ਏਸ਼ੀਅਨਸ ਆ ਉਹਨਾਂ ਨੂੰ ਲੀਡਰਸ਼ਿਪ ਰੋਲ ਦੇ ਵਿੱਚ ਨਹੀਂ ਦੇਖਿਆ ਜਾਂਦਾ। ਇਹ ਮੈਂ ਗੱਲਾਂ ਤਾਂ ਇਸ ਲਈ ਵੀ ਕਰ ਰਿਹਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਨਾ ਕਿਉਂਕਿ ਆਪਾਂ ਬਹੁਤ ਡੀਟੇਲ ਦੇ ਵਿੱਚ ਨਹੀਂ ਜਾਂਦੇ ਅਸੀਂ ਦੇਖਦੇ ਹਾਂ ਸਤਿਆ ਨਡੇਲਾ ਦੇਖ ਲਿਆ ਜਾਂ ਜਿਹੜੇ ਟੌਪ ਇੰਡੀਅਨ ਨਾਮ ਹੈਗੇ ਆ ਹਨਾ ਜਿਹੜੇ ਉਹ CEO ਬਣ ਜਾਂਦੇ ਆ। ਪ੍ਰਾਗ ਦੀ ਅਸੀਂ ਗੱਲ ਕਰਦੇ ਹਾਂ ਜਦੋਂ ਟਵਿੱਟਰ ਤੇ ਹੋ ਗਿਆ ਪ੍ਰਾਗ ਅਗਰਵਾਲ ਹੈ ਨਾ। ਸੋ ਹੋਰ ਵੀ ਏਦਾਂ ਦੇ ਜਿਹੜੇ ਨਾਮ ਆ ਸੋ ਇਹ ਕੁਛ ਗਿਣਤੀ ਦੇ ਨਾਂ ਹੈਗੇ ਜਿਹੜੇ CEOs ਆ ਹੈਗੇ ਆ ਪਰ ਜੇ ਤੁਸੀਂ ਵਰਕ ਫੋਰਸ ਟੂ C-suite ਲੈਵਲ ਦਾ ਕੰਪੈਰੀਜ਼ਨ ਦੇਖੋ ਤੇ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਡਾਈਵਰਸਿਟੀ ਨਹੀਂ ਮਿਲੂਗੀ। ਖੈਰ ਇੱਕ ਵੱਖਰਾ ਉਸ ਚੀਜ਼ ਤੇ ਆਪਾਂ ਗੱਲਬਾਤ ਕਰ ਸਕਦੇ ਵਿਸ਼ਾ ਪਰ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਡਾਈਵਰਸਿਟੀ ਇਨਕਲੂਜਨ ਐਕੁਇਟੀ ਇਨਕਲੂਜਨ ਦੇ ਇਨੀਸ਼ੀਏਟਿਵਸ ਹੈਗੇ ਸੀ ਸੋ ਇਹਨਾਂ ਲੋਕਾਂ ਕੋਲ ਜਿਹੜੇ ਮਾਈਕਰੋ ਮਿਨੋਰਿਟੀ ਜਾਂ ਮਿਨੋਰਿਟੀ ਦੇ ਲੋਕ ਆ ਉਹਨਾਂ ਕੋਲ ਇੱਕ ਕਿਸੇ ਨਾ ਕਿਸੇ ਤਰੀਕੇ ਥੋੜੀ ਪ੍ਰੈਫਰੈਂਸ ਕਹਿ ਲਓ ਇਹ ਥੋੜੀ ਜਿਹੀ ਪ੍ਰੈਫਰੈਂਸ ਚੱਲ ਰੌਂਗ ਵਰਡ ਉਹਨੂੰ ਯੂਜ਼ ਕਰ ਸਕਦੇ ਪਰ ਉਹਨਾਂ ਦਾ ਇੱਕ ਰਾਹ ਖੁੱਲ ਜਾਂਦਾ ਸੀ ਅੱਗੇ ਜਾਣ ਦਾ ਕਿਉਂਕਿ ਇੱਕ ਕੰਪਨੀ ਨੇ ਆਪਣਾ ਜਦੋਂ ਬੋਰਡ ਦੀ ਗੱਲ ਕਰੇ ਕਿ ਤੁਹਾਡਾ ਬੋਰਡ ਡਾਈਵਰਸ ਹੈਗਾ ਕਿ ਨਹੀਂ ਉਹਦੇ ਵਿੱਚ ਉਹਨਾਂ ਕੋਲ ਇੱਕ ਹੈ ਨਾ ਸਾਈਕੋਲੋਜੀਕਲ ਪ੍ਰੈਸ਼ਰ ਜਿਹਾ ਬਣ ਜਾਂਦਾ ਸੀ ਉਹਨਾਂ ਨੂੰ
ਦੱਸਣ ਦੇ ਵਾਸਤੇ ਆਪਣੇ ਆਪ ਨੂੰ ਐਡਵਰਟਾਈਜ਼ ਕਰਨ ਲਾ ਕੇ ਵੀ ਆਰ ਵੈਰੀ ਡਿਵਰਸ ਕੰਪਨੀਜ਼। ਹੁਣ ਇਹ ਸਾਰੇ DEI ਇਨੀਸ਼ੀਏਟਿਵਸ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਲੋਕਾਂ ਨੇ, ਬਹੁਤ ਜ਼ਿਆਦਾ ਕੰਪਨੀਜ਼ ਨੇ ਆਪਣੇ ਆਪ ਨੂੰ ਇਹ ਤੋਂ ਪਿੱਛਾਂ ਖਿੱਚ ਲਿਆ। ਕਾਸਕੋ ਦਾ ਮੈਂ ਪੜ੍ਹਦਾ ਸੀ, ਕਾਸਕੋ ਨੇ ਕਿਹਾ ਕਿ ਜਿਹੜਾ ਡਿਵਰਸਿਟੀ ਇਜ਼ ਪਾਰਟ ਆਫ ਆਵਰ ਆਰਗੇਨਾਈਜੇਸ਼ਨ ਤੇ ਆਪਾਂ ਨੂੰ ਇਸੇ ਤਰ੍ਹਾਂ ਹੀ ਮੇਨਟੇਨ ਰੱਖਾਂਗੇ, ਭਾਵੇਂ ਕਿ ਇੱਕ ਪਪੂਲਰ ਕਲਚਰ ਵਿੱਚ ਇਹ ਚੀਜ਼ ਜਿਹੜੀ ਆ ਉਹ ਹੁਣ ਘਟਦੀ ਜਾਂਦੀ ਆ। ਸੋ ਹੁਣ ਤੁਸੀਂ ਮੈਨੂੰ ਪਰਸਨਲੀ ਐਡਵਾਈਸ ਪੁੱਛੀ ਆ, ਤੇ ਪਰਸਨਲੀ ਵੀ ਮੈਨੂੰ ਇਹ ਲੱਗਦਾ, ਸ਼ਾਇਦ ਮੈਨੂੰ ਹੈ ਨਾ ਥੋੜਾ ਮੈਂ ਬਾਇਸ ਵੀ ਹੋਵਾਂ ਇਸ ਚੀਜ਼ ਨੂੰ ਲੈ ਕੇ, ਅਗੇਨ ਇਸ ਲਈ ਮੈਂ ਕਹਿੰਦਾ ਮੇਰਾ ਓਪੀਨੀਅਨ ਹੀ ਹੈ ਇਸ ਚੀਜ਼ ਨੂੰ ਲੈ ਕੇ, ਕਿ ਜਿਹੜੀ ਕਮਿਊਨਿਟੀ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਜਦੋਂ ਚੀਜ਼ਾਂ ਨੂੰ ਤੁਸੀਂ ਸੈੱਲ ਕਰਦੇ ਹੋ, ਹੈ ਨਾ, ਤੁਸੀਂ ਵੇਚਦੇ ਹੋ, ਜੇ ਮੈਂ ਮੰਨ ਲਓ ਕਿ ਮਿਸਾਲ ਦੇ ਤੌਰ ਦੇ ਉੱਤੇ ਮੈਂ ਪੰਜਾਬੀ ਹਾਂ, ਹੈ ਨਾ, ਤੇ ਮੈਂ ਜੇ ਕੋਈ ਪੰਜਾਬੀ ਬੰਦਾ ਮੈਨੂੰ ਕੋਈ ਚੀਜ਼ ਵੇਚ ਰਿਹਾ ਹੋਏਗਾ, ਜਾਂ ਉਹਨੂੰ ਮੈਂ ਫਰੰਟ ਐਂਡ ਦੇ ਉੱਤੇ ਕੰਮ ਕਰਦਾ ਹੋਵੇਗਾ, ਮੇਰੀ ਜ਼ਿਆਦਾ ਇੰਟਰੈਕਸ਼ਨ, ਮੇਰੀ ਕੋਸ਼ਿਸ਼ ਰਹੂਗੀ ਕਿ ਮੇਰੀ ਜਿਹੜੀ ਇੰਟਰੈਕਸ਼ਨ ਉਸ ਦੇ ਨਾਲ ਜ਼ਿਆਦਾ ਹੋਏ। ਤੇ ਇਹ ਕਾਫੀ ਜ਼ਿਆਦਾ ਹਿੱਸਾ ਜਿਹੜਾ ਹੈਗਾ ਕਿ ਮਾਰਕੀਟ ਕਿਹੜੀ ਨੂੰ ਤੁਸੀਂ ਡੀਲ ਕਰ ਰਹੇ ਹੋ, ਉੱਥੇ ਉੱਦਾਂ ਦੇ ਹੀ ਇੰਪਲੋਈ ਸਾਹਮਣੇ ਜਿਹੜੇ ਰੱਖੇ ਜਾਂਦੇ, ਵੀ ਜਿਹੜਾ ਜਸਟੀਫਿਕੇਸ਼ਨ ਕਾਸਕੋ ਨੇ ਵੀ ਦਿੱਤਾ ਕਿ ਇਹ ਇਟਸ ਪਾਰਟ ਆਫ ਆਰ ਬਿਜ਼ਨਸ। ਸੋ ਉਹਦੇ ਵਿੱਚ ਜਿਹੜੇ ਲੋਕੀ ਆ ਉਹ ਇਸ ਤਰ੍ਹਾਂ ਲਏ ਜਾ ਸਕਦੇ ਆ। ਪਰ ਨਾਟ ਓਨਲੀ ਆਪਾਂ ਤੇ ਚਲੋ ਆਪਣੀ ਗੱਲਬਾਤ ਨੂੰ ਟੈਕ ਦੇ ਨਾਲ ਰਿਲੇਟਡ ਰੱਖਿਆ, ਪਰ ਜੌਬਾਂ ਹੋਰ ਵੀ ਜਿਹੜੀਆਂ ਜੌਬਸ ਹੈਗੀਆਂ, ਯੂਨੀਵਰਸਿਟੀਜ਼ ਹੈਗੀਆਂ, ਹਨਾ, ਅਫਰਮੇਟਿਵ ਐਕਸ਼ਨ ਇਨ ਹਾਰਵਰਡ ਦਾ ਵੀ ਪਿੱਛੇ ਜੇ ਬਹੁਤ ਰੌਲਾ ਪਿਆ ਸੀ। ਸੋ ਇਹ ਜਿਹੜੇ ਸਾਰੇ ਹੌਲੀ ਜਿਹੜੇ ਡਿਵਰਸਿਟੀ ਇਨਕਲੂਜਨ ਤੇ ਇਨੀਸ਼ੀਏਟਿਵਸ ਆਏ ਹੌਲੀ ਹਟ ਰਹੇ ਆ। ਸੋ ਮੈਨੂੰ ਲੱਗਦਾ ਕਿ ਆਪਾਂ ਦੇ ਲਈ ਐਜ਼ ਮੁੱਖ ਦੀ ਗੱਲ ਮਿਨੋਰਿਟੀ, ਮਾਈਕਰੋ ਮਿਨੋਰਿਟੀ, ਇਹ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਹੈਗੇ ਜੀ। ਵੇਵ ਹੁੰਦੀਆਂ, ਵੇਵਸ ਆਉਂਦੀਆਂ ਆ ਹਰਵਿੰਦਰ। ਕਿਸੇ ਟਾਈਮ DEI ਦੀ ਵੇਵ ਆਈ, ਉਹ ਸਾਰੇ ਜਣਿਆਂ ਨੇ ਉਹ ਵੇਵ ਰਾਈਡ ਕੀਤੀ, ਚਾਹੇ ਉਹ ਟੈਕ ਕੰਪਨੀਆਂ ਸੀ, ਚਾਹੇ ਕੋਈ ਹੋਰ ਸੀ। ਹੁਣ ਵੇਵ ਇਸ ਦੇ ਉਲਟਾ ਆ ਰਹੀ ਆ, ਹਾਂ, ਤੇ ਉਹ ਵੀ ਲੋਕ ਸਾਰੇ ਜਣੇ ਉਸੇ ਵੇਵ ਨੂੰ ਜਿਹੜਾ ਉਹ ਰਾਈਡ ਕਰ ਰਹੇ ਹੈਗੇ ਆ। ਸੋ ਦੇਖੋ ਕਿੱਦਾਂ ਜਿਹੜਾ ਉਹ ਬਣਦਾ ਹੈ। ਮਾਫੀ ਚਾਹੁੰਦਾ। ਅਗਲੀ ਜਿਹੜੀ ਗੱਲ ਹਰਵਿੰਦਰ, ਆਪਾਂ ਵੱਧਦੇ ਆ AI ਨੂੰ ਜਿਹੜਾ ਉਹ ਲੈ ਕੇ। ਡੀਪ ਸੀਕ ਨੇ ਧੜਥੱਲੀ ਜੀ ਮਚਾਤੀ ਜਦ ਡੀਪ ਸੀਕ ਜਿਹੜਾ ਉਹ ਆਇਆ। ਓਪਨ AI ਨੂੰ ਇੱਕ ਹਿਸਾਬ ਦੇ ਨਾਲ ਇਦਾਂ ਹੀ ਜਿਹੜਾ ਉਹ ਪੇਸ਼ ਹੋਇਆ ਵੀ ਓਪਨ AI ਤਾਂ ਇੰਨੇ ਜਿਹੜੇ ਆ ਐਕਸਟਰਾ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਲਾ ਕੇ ਉਹ ਉਸ ਦੇ ਬਰਾਬਰ ਹੀ ਆ ਜਿਹੜਾ ਡੀਪ ਸੀਕ ਦੇ ਬਰਾਬਰ ਆ। ਜੋ ਉਹਨਾਂ ਨੇ ਕਾਰਜ ਕੁਛ ਮਿਲੀਅਨ, ਚੰਦ ਮਿਲੀਅਨ ਦੇ ਵਿੱਚ 5 ਮਿਲੀਅਨ ਕਹਿੰਦੇ ਲਾਏ ਉਹਨੂੰ ਟ੍ਰੇਨਿੰਗ ਵਗੈਰਾ ਜਿਹੜੀ ਉਹ ਦੇਣ ਨੂੰ। ਡੀਪ ਸੀਕ ਦਾ ਇੱਕਦਮ ਪੂਰਾ ਵਧਾ ਹੋਇਆ, ਫਿਰ ਥੋੜਾ ਡ੍ਰੌਪ ਵੀ ਜਿਹੜਾ ਉਹ ਆਇਆ। AI ਦੀ ਇਹ ਜਿਹੜੀਆਂ ਵਲਨਰੇਬਿਲਿਟੀਜ਼ ਆ, ਇਹ ਜਿਹੜੇ ਮਾਡਲਸ ਦੀ ਵਲਨਰੇਬਿਲਿਟੀਜ਼ ਆ, ਕੀ ਜਿਹੜਾ ਦਰਸਾ ਰਹੀਆਂ। ਡੀਪ ਸੀਕ ਦਾ ਪਹਿਲਾਂ ਸਾਰਿਆਂ ਨੂੰ ਸਮਝਾਓ ਥੋੜਾ ਜਿਹਾ, ਓਪਨ AI ਦੇ ਨਾਲੋਂ ਕੀ ਫਰਕ ਆ ਜਾਂ ਕੀ ਉਸ ਦੀ ਤੁਲਨਾ ਆ, ਕਿਵੇਂ ਉਹ ਜਿਹੜੇ ਬੈਂਚਮਾਰਕ ਵੱਧ ਆ ਰਹੇ ਆ। ਸੋ ਥੋੜਾ ਜਿਹਾ ਉਹ ਕਰੀਏ, ਫਿਰ ਆਪਾਂ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਦੇ। ਹਾਂਜੀ, ਸੋ ਵੇਖੋ ਹੁਣ ਤੱਕ ਆਪਾਂ ਗੱਲਬਾਤ ਕਰਦੇ ਆਏ ਹਾਂ 2022 ਦੀ ਫਾਲ ਤੋਂ ਲੈ ਕੇ, ਹਨਾ, ਜਦੋਂ ਦਾ ਚੈਟ GPT ਰਿਲੀਜ਼ ਹੋਇਆ, ਕਿ ਜਿਹੜੇ ਉਹਨਾਂ ਦੇ ਮਾਡਲਸ ਬੇਸਿਕਲੀ ਹੈਗੇ ਕਿ ਜਿਹੜਾ ਉਹਨਾਂ ਦਾ ਦਿਮਾਗ ਕਹਿ ਲਓ ਮੋਟੇ ਤੌਰ ਦੇ ਉੱਤੇ, ਜਿਹਦੇ ਨਾਲ ਉਹ ਡੇਟਾ ਨੂੰ ਐਨਾਲਾਈਜ਼ ਕਰਕੇ ਤੇ ਆਊਟਪੁੱਟ ਸਾਨੂੰ ਦਿੰਦੇ ਆ। ਤੇ ਉਹਨਾਂ ਨੂੰ ਮਾਡਲਸ ਨੂੰ ਜਿਹੜਾ ਟ੍ਰੇਨ ਕਰਨ ਦਾ, ਕਿ ਉਹ ਉਸ ਤਰ੍ਹਾਂ ਐਕਟ ਕਰਨ ਜਿੱਦਾਂ ਅਸੀਂ ਉਹਨਾਂ ਨੂੰ ਚਾਹੁੰਦੇ ਆ ਵਿਦ ਦ ਹੈਲਪ ਆਫ ਡੇਟਾ, ਉਹਦੇ ਲਈ ਬਹੁਤ ਜ਼ਿਆਦਾ ਕੰਪਿਊਟ ਪਾਵਰ ਚਾਹੀਦੀ ਹੈ। ਹੁਣ ਤੱਕ ਅਸੀਂ ਇਹ ਚੀਜ਼ਾਂ ਹਨਾ ਸਾਹਮਣੇ ਰੱਖ ਕੇ ਆਏ ਹਾਂ। ਤੇ ਉਹਦੇ ਕਰਕੇ ਕੀ ਹੈ ਕਿ ਕੁਛ ਚੰਦ ਕੰਪਨੀਆਂ, 8-10 ਕਹਿ ਲਓ ਵੱਡੀਆਂ ਟੈਕ ਕੰਪਨੀਆਂ, ਉਹਨਾਂ ਦੀ ਡੋਮੀਨੈਂਸ ਰਹੀ ਹੈ AI ਦੇ ਉੱਤੇ। ਤੇ ਹੁਣ ਜਿਹਦੇ ਵਿੱਚ ਚੈਟ GPT ਹੈ ਨਾ, ਚੈਟ GPT ਦਾ ਉਹਦੇ ਵਿੱਚ ਵੱਡਾ ਨਾਮ ਆ। ਉਹ ਤੋਂ ਬਾਅਦ ਮੈਟਾ ਦਾ ਆਪਣਾ ਲਾਮਾ, ਹਨਾ, ਹੋਰ ਵੀ ਸਾਰੇ ਕੰਪਨੀਜ਼ ਦਾ ਆਪਣੀਆਂ। ਤੇ ਹਾਂਜੀ, ਉਹਦੇ ਵਿੱਚ ਜਿਹੜਾ ਵੱਡੀ ਗੱਲ ਹੁਣ ਤੱਕ ਰਾਜ ਕਰਨ ਇਹ ਸੀ, ਡ੍ਰੌਪ ਕਿਉਂ ਆਇਆ। $600 ਬਿਲੀਅਨ ਜਿਹੜਾ ਹੈਗਾ NVIDIA ਦਾ ਇੱਕ ਦਿਨ ਦੇ ਵਿੱਚ ਡ੍ਰੌਪ ਕਿਉਂ ਏਦਾਂ ਆਇਆ, ਹਨਾ, ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਦੋਂ ਕਹਿੰਦੇ ਆ ਕਿ ਇਹ ਜਿਹੜੀ ਉਹ ਮਾਡਲਸ ਜਿਹੜੇ ਹੈਗੇ, ਮਾਡਲਸ ਕ੍ਰੀਏਟ ਕਰਨੇ, ਉਹਨਾਂ ਨੂੰ ਟ੍ਰੇਨ ਕਰਨਾ, ਇਹ ਖਾਲਾ ਜੀ ਦਾ ਵਾੜਾ ਨਹੀਂ ਆ ਮੋਟੇ ਤੇ ਇਦਾਂ ਦਾ ਪ੍ਰਚਾਰਿਆ ਗਿਆ ਸੀ, ਹਨਾ। ਸੋ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਕੰਪਿਊਟ ਪਾਵਰ ਚਾਹੀਦੀ ਹੈ, ਜਿਹਦੇ ਕਰਕੇ NVIDIA ਦੇ ਜਿਹੜੇ ਨਾ ਸਟਾਕ ਆ ਤਾਂ ਹੀ ਜਾਂਦੇ ਰਹੇ ਕਿ ਉਹਦੇ GPUs ਨੂੰ ਜਨਰੇਟ ਕਰਦੇ ਆ, ਕ੍ਰੀਏਟ ਕਰਦੇ ਆ ਹਾਰਡਵੇਅਰ ਤੌਰ ਤੇ। ਉਹਨਾਂ ਦੇ GPUs ਨੂੰ ਵਰਤ ਕੇ ਤੁਸੀਂ ਹਨਾ ਇਨਫਰਾਸਟ੍ਰਕਚਰ ਜਿਹੜਾ AI ਦਾ ਇਨਫਰਾਸਟ੍ਰਕਚਰ ਨੂੰ ਕ੍ਰੀਏਟ ਕਰਦੇ ਆ, ਜਿਹਦੇ ਕਰਕੇ ਸਾਡੇ ਕੋਲ ਜੋ ਵੀ ਲਾਮਾ, GPT, ਜੋ ਵੀ ਸਾਡੇ ਸਾਹਮਣੇ LLM ਸਾਡੇ ਸਾਹਮਣੇ ਆ। ਹੁਣ ਡੀਪ ਸੀਕ ਕੀ ਆ? ਡੀਪ ਸੀਕ ਬੇਸਿਕਲੀ ਇੱਕ ਚਾਈਨੀਜ਼ ਕੰਪਨੀ ਹੈ ਨਾ, ਇਹ ਇੱਕ ਹੈਜ ਫੰਡ
ਹੈਗੇ ਸੀ, ਉਹਨਾਂ ਨੇ ਇੱਕ DeepSeek ਨੂੰ ਇੱਕ ਇੰਡੀਪੈਂਡੈਂਟ ਐਂਟਰੀ ਬਣਾ ਦਿੱਤਾ, ਜਿਹੜੀ ਕੰਪਨੀ ਹੈਗੀ ਆ ਜਿਹਦਾ ਫੋਕਸ ਪ੍ਰਾਇਮਰੀਲੀ ਜਨਰਲ ਇੰਟੈਲੀਜੈਂਟ ਰਿਸਰਚ ਦਾ, ਹਨਾ। ਸੋ ਹੁਣ ਇਹਦੇ ਵਿੱਚ ਇਹ ਮੈਂ ਰਾਜ ਕਰਨ ਦੱਸ ਦਵਾਂ ਕਿ ਇਹਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਹੈ ਨਾ, ਆਪਾਂ ਪੋਲੀਟਿਕਸ ਜਿਹੜੀ ਉਹ ਵੀ ਪਲੇ ਕਰਦੀ ਹੈ। ਅਮਰੀਕਾ ਨੇ ਜ਼ੋਰ ਲਾਇਆ ਹੋਇਆ ਕਿ ਚਾਈਨਾ ਦੀ ਜਿਹੜੀ AI ਰਿਸਰਚ ਉਹਨੂੰ ਰੋਕਿਆ ਜਾਏ, ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਆਪਾਂ ਆਪਣੇ ਟਾਕ ਸ਼ੋਅ ਵਿੱਚ ਵੀ ਡਿਸਕਸ਼ਨ ਕੀਤੀ ਸੀ ਕਿ ਜਿਹੜੇ ਹਾਈ ਪਾਵਰਡ GPU ਚਿਪਸ ਆ, ਉਹਨੂੰ ਚਾਈਨਾ ਦੇ ਵਿੱਚ ਵੇਚਣ ਤੇ ਵਿਕਰੀ ਤੇ ਪਾਬੰਦੀ ਲਾਈ ਹੋਈ ਹੈ, ਬਿਲਕੁਲ ਰੋਕਾ ਹੈ ਨਾ, ਤਾਂ ਕਿ ਉਹਦਾ ਦੀ ਜਿਹੜੀ AI ਦੀ ਰਿਸਰਚ ਆ ਉਹਨੂੰ ਘਟਾਇਆ ਜਾ ਸਕੇ ਤੇ ਅਮਰੀਕਨ ਕੰਪਨੀਜ਼ ਦੀ ਜਿਹੜੀ ਡੋਮੀਨੇਸ਼ਨ ਆ ਉਹ ਰਹੇ। ਹੁਣ ਜਦੋਂ ਡੀਪ ਸਰਚ ਸਾਹਮਣੇ ਆਉਂਦੀ ਰਾਜਕਰਨ, ਤੇ ਉਹ ਕੀ ਕਰਦੇ ਆ ਕਿ ਉਹਨਾਂ ਨੇ ਦੇਖਿਆ ਕਿ US ਜਿਹੜਾ ਐਕਸਪੋਰਟ ਨੂੰ ਕੰਟਰੋਲ ਕਰ ਰਿਹਾ ਚਿਪਸ ਨੂੰ, ਹੈ ਨਾ, ਉਹਨਾਂ ਨੇ ਇੱਕ ਵੱਖਰਾ ਤਰੀਕਾ ਲੱਭਿਆ DeepSeek ਨੇ ਵੀ AI ਦੀ ਡਿਵੈਲਪਮੈਂਟ ਦਾ। ਸਾਡੇ ਕੋਲ ਕਹਿੰਦੇ ਉਨੀ ਕੰਪਿਊਟਰ ਪਾਵਰ ਤਾਂ ਹੈ ਨਹੀਂ ਆ, ਸੋ ਉਹਨਾਂ ਹਾਰਡਵੇਅਰ ਦੇ ਉੱਤੇ ਰਿਲਾਇੰਸ ਕਰਨ ਦੀ ਬਜਾਏ ਉਹਨਾਂ ਸੌਫਟਵੇਅਰ ਡਰਿਵਨ ਜਿਹੜੀ ਰਿਸੋਰਸ ਆਪਟੀਮਾਈਜ਼ੇਸ਼ਨ ਤੇ ਹੋਰ ਜਿਹੜੀ ਇਨੋਵੇਸ਼ਨ ਮਾਡਲ ਆਰਕੀਟੈਕਚਰਸ ਆ, ਉਹਨਾਂ ਦੇ ਉੱਤੇ ਉਹਨਾਂ ਜ਼ੋਰ ਲਾਇਆ। ਸੋ ਇਹ ਮੈਂ ਦੱਸ ਦੇਵਾਂ ਕਿ ਬਹੁਤ ਪੁਰਾਣੀ ਕੰਪਨੀ ਨਹੀਂ ਆ, ਮੈਂ ਕੁਛ ਇਹਦੇ ਬਾਰੇ ਪੜ੍ਹਦਾ ਸੀ ਕਿ 2023 ਦੇ ਵਿੱਚ ਹੀ ਫਾਰਮ ਹੋਈ। ਆਫ ਕੋਰਸ ਇਹਦਾ ਪੇਰੈਂਟ ਕੰਪਨੀ ਵੀ ਹੈਗੀ, ਪਰ ਜਿਹੜਾ ਫੋਕਸ ਇਹਦਾ AI ਤੇ ਰਿਸਰਚ ਆ, ਜਿਹੜਾ ਸ਼ਾਰਪਲੀ ਇਹਨਾਂ ਸ਼ੁਰੂ ਕੀਤਾ 2023 ਦੇ ਵਿੱਚ ਹੀ ਕੀਤਾ। ਤੁਸੀਂ ਇਹ ਦੇਖੋ 2023 ਤੋਂ ਲੈ ਕੇ ਹੁਣ ਤੱਕ 2025 ਲਾ ਲਓ, ਹਨਾ, ਤੇ ਥੋੜਾ ਜਿਹਾ 1-2 ਸਾਲ ਹੋਰ ਲਾ ਲਓ ਉਹਦੇ ਪ੍ਰੈਪ ਦੇ, ਤੇ ਉਹਦੇ ਵਿੱਚ $5.5 ਮਿਲੀਅਨ ਦੇ ਹੀ ਉਹਨਾਂ ਕਿਹਾ ਸਾਡਾ ਸਿਰਫ ਖਰਚਾ ਆਇਆ, ਹੈਨਾ, ਮਾਡਲ ਨੂੰ ਟ੍ਰੇਨ ਕਰਨ ਦਾ। ਜਦ ਕਿ ਤੁਸੀਂ ਮੈਟਾ ਦਾ ਲਾਮਾ ਦੀ ਗੱਲ ਕਰਦੇ ਹੋ, ਤੇ ਮੈਂ ਉਹਦੇ ਬਾਰੇ ਡੇਟਾ ਪੜ੍ਹਦਾ, ਉਹ ਕਹਿੰਦੇ ਸਾਡਾ $1 ਬਿਲੀਅਨ ਖਰਚਾ ਆਇਆ। ਕਿੱਥੇ ਰਾਜ ਕਰਨ 5 ਮਿਲੀਅਨ ਤੇ ਕਿੱਥੇ 1 ਬਿਲੀਅਨ, ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਬਹੁਤ ਜ਼ਿਆਦਾ ਸਹੀ ਗੱਲ ਆ। ਉਹਦੇ ਵਿੱਚ ਇਹ ਆ, ਹੁਣ ਉਹਦੇ ਵਿੱਚ ਚਲੋ ਕਈ ਥਿਓਰੀਜ਼ ਵੀ ਚੱਲਦੀਆਂ ਪਈਆਂ, ਜਿਹੜੇ ਓਪਨ AI ਵਾਲੇ ਲੋਕ ਆ ਉਹ ਕਹਿੰਦੇ ਆ ਕਿ ਸਾਡੇ ਇਹਨਾਂ ਕੁਝ ਡੇਟਾ ਚੋਰੀ ਕੀਤਾ ਜਾਂ ਜੋ ਵੀ ਆ, ਹੈਨਾ, ਪਰ ਮੈਂ ਰਾਜ ਕਰਨੇ ਤੇ ਇਹਨੂੰ ਸਮਝਣ ਦੇ ਵਾਸਤੇ ਮੈਂ ਆਪ DeepSeek ਡਾਊਨਲੋਡ ਕੀਤੀ। ਅੱਛਾ ਜੀ, ਠੀਕ ਆ। ਤੇ ਮੈਂ DeepSeek ਨੂੰ ਡਾਊਨਲੋਡ ਕਰਕੇ ਤੇ ਸਭ ਤੋਂ ਪਹਿਲਾਂ ਵੇਖੋ ਆਪਾਂ ਦੇ ਐਜ ਕੇਸਿਸ ਸਰਚ ਕਰਨੇ ਹੁੰਦੇ ਆ ਨਾ, ਵੀ ਚਲੋ ਜਨੈਰਿਕ ਤੁਸੀਂ ਕੁਐਸਚਨ ਆਨਸਰ ਤੇ ਹਰ ਇੱਕ ਹੀ ਦੇਈ ਜਾਂਦਾ। ਐਜ ਕੇਸਿਸ ਦਾ ਮਤਲਬ ਵੀ ਆਪਾਂ ਐਜ਼ ਅ ਮਾਈਕਰੋ ਮਾਈਨੋਰਿਟੀ ਆ, ਤੇ ਉਹਦੇ ਵਿੱਚ ਮੈਂ ਉਹਨੂੰ ਪੰਜਾਬੀ ਦੇ ਵਿੱਚ ਕੰਮ ਕਰਨ ਦੇ ਲਈ ਕਿਹਾ, ਹੈਨਾ। ਕੁਛ ਮੈਨੂੰ ਇੱਕ ਟੈਕਸਟ ਦਿੱਤਾ, ਕੰਪਲਿਕੇਟਡ ਟੈਕਸਟ ਸੀ, ਨਾਰਮਲ ਸਿੰਪਲ ਟੈਕਸਟ ਨਹੀਂ, ਇੱਕ ਪੈਰਾਗ੍ਰਾਫ ਸੀਗਾ। ਮੈਨੂੰ ਕਿਸੇ ਦਾ ਮੈਸੇਜ ਆਇਆ ਤੇ ਮੈਂ ਉਹਨੂੰ ਮੈਸੇਜ ਨੂੰ ਕਾਪੀ ਕਰਕੇ DeepSeek ਨੂੰ ਕਿਹਾ ਇਹਨੂੰ ਪੰਜਾਬੀ ਚ ਟ੍ਰਾਂਸਲੇਟ ਕਰ ਦੇ। ਰਾਜਕਰਨ ਵਾਕਈ ਜਿਹੜੇ ਦੀ ਪੰਜਾਬੀ ਦੀ ਗੁਰਮੁਖੀ ਦੀ ਜਿਹੜੀ ਟ੍ਰਾਂਸਲੇਸ਼ਨ ਸੀ ਉਹ ਓਪਨ AI ਨਾਲੋਂ ਵਧੀਆ ਸੀ। ਅੱਛਾ, ਬੈਟਰ ਸੀਗੀ। ਹਾਂਜੀ, ਸੋ ਓਪਨ AI ਜਿਹੜੀ ਟ੍ਰਾਂਸਲੇਸ਼ਨ ਸੀ ਉਹਨੂੰ, ਹਨਾ, ਆਪਾਂ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਕਿਸੇ ਚੀਜ਼ ਨੂੰ ਟ੍ਰਾਂਸਲੇਸ਼ਨ ਕਰਦੇ ਹਾਂ ਤੇ ਕਈ ਵਾਰ ਆਪਾਂ ਅਗੇਤਰ ਪਿਛੇਤਰ ਕਰ ਦਿੰਦੇ ਹਾਂ, ਵੀ ਆਪਾਂ ਕੋਈ ਸੈਂਟੈਂਸ ਪਹਿਲਾਂ ਬੋਲਦੇ ਹਾਂ ਤੇ ਫੋਲੋਇੰਗ, ਹਨਾ, ਸੈਂਟੈਂਸ ਜਿਹੜਾ ਉਹਦਾ ਲੌਜਿਕ ਆ ਉਹ ਬਾਅਦ ਵਿੱਚ ਲੈ ਕੇ ਆਉਂਦੇ ਆ, ਵਰਸਸ ਕਈ ਵਾਰ ਪੰਜਾਬੀ ਸਾਡੀ ਜਿਹੜੀ ਥਾਟ ਪ੍ਰੋਸੈਸ ਹੁੰਦੀ, ਅਸੀਂ ਲੌਜਿਕ ਪਹਿਲੇ ਡਿਫਾਈਨ ਕਰਦੇ ਆ ਤੇ ਉਹਨੂੰ ਅੱਖਰ ਨੂੰ ਬੋਲਦੇ ਆ ਤੇ ਉਹਦੇ ਪਿੱਛੇ ਉਹਦਾ ਜਿਹੜਾ ਸਪੋਰਟਿੰਗ ਡੇਟਾ ਉਹਨੂੰ ਬਾਅਦ ਵਿੱਚ ਲੈ ਕੇ ਆਉਂਦੇ ਆ। ਸੋ ਮੈਂ ਬੈਟਰ ਇਸ ਲਈ ਕਿਹਾ ਕਿਉਂਕਿ ਕਈ ਵਾਰ ਅਸੀਂ ਦੋਨਾਂ ਨੂੰ ਵਰਤਦੇ ਆ। ਜਿਹੜਾ DeepSeek ਉਹਨੇ ਕੰਟੈਕਸਟ ਨੂੰ ਸਮਝ ਕੇ ਜਿਹੜਾ ਉਹਦਾ ਫਰੰਟ ਤੇ ਬੈਕ ਸੀ ਉਹਨੂੰ ਸਹੀ ਤਰੀਕੇ ਦੇ ਨਾਲ ਸਾਹਮਣੇ ਲੈ ਕੇ ਆਉਂਦਾ। ਸੋ ਜਿਹੜੀ ਉਹਦੀ ਵਾਕ ਬਣਤਰ ਜਾਂ ਜਿਹੜਾ ਬਣਾਉਂਦੇ ਆ ਪੈਰਾਗ੍ਰਾਫ, ਉਹ ਵਧੀਆ ਬਣਾਇਆ ਉਹਨੇ। ਹਾਂਜੀ, ਸੋ ਜਿਹੜਾ ਇਨਫੋਰਮੇਸ਼ਨ ਦਾ ਫਲੋ ਆ, ਹੈ ਨਾ, ਵੀ ਤਾਂ ਕਿ ਉਹਨੂੰ ਪੂਰਾ ਲੱਗੇ ਜਿਹੜਾ ਸੈਂਟੈਂਸ ਆ। ਜਿੱਦਾਂ ਆਪਾਂ ਮੈਂ ਇੱਕ ਐਗਜ਼ਾਮਪਲ ਲੈਣਾ ਕਿ ਮੈਂ ਪਾਣੀ ਪੀਤਾ ਕਿਉਂਕਿ ਮੈਨੂੰ ਤੇਹ ਲੱਗੀ ਹੈ, ਹਨਾ, ਇਸ ਤਰ੍ਹਾਂ ਵੀ ਕਹਿ ਮੈਨੂੰ ਤੇਹ ਲੱਗੀ ਤਾਂ ਮੈਂ ਪਾਣੀ ਪੀਤਾ, ਹੈਨਾ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਕੰਟੈਕਸਟ ਵਿੱਚ ਲਾਏ ਹੋ। ਸੋ ਆਪਾਂ ਦੋਨੋਂ ਜਗ੍ਹਾ ਹੀ ਵਰਤ ਲੈਂਦੇ। ਸੋ DeepSeek ਨੇ ਜਿਹੜਾ ਸੀਕੁਐਂਸ ਸੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ GPT ਰਾਹੀਂ GPT ਮਾਡਲ ChatGPT ਰਾਹੀਂ ਸੀ, ਉਹਦੇ ਨਾਲ ਉਹਦਾ ਰਿਸਪੌਂਸ ਵਾਕਈ ਵਧੀਆ ਸੀ। ਸੋ ਮੈਨੂੰ ਇਹ ਉਦੋਂ ਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਚੀਜ਼ ਆ ਵਾਕਈ ਹੀ ਵਧੀਆ। ਹੁਣ ਦੂਸਰੀ ਚੀਜ਼ ਕੀ ਆ ਕਿ ਚਲੋ ਠੀਕ ਆ, ਹਰ ਇੱਕ ਬੰਦਾ ਆਪੋ ਆਪਣਾ, ਹਰ ਇੱਕ ਕੰਪਨੀ, ਹਰ ਇੱਕ ਕੰਟਰੀ ਆਪੋ ਆਪਣਾ ਅਪਰੋਚ ਉਹਨਾਂ AI ਨੂੰ ਲੈ ਕੇ ਲੈਣੀ, ਉਹਨੂੰ ਆਪਾਂ ਆਪਣੇ ਮਾਡਲ ਜਿਹੜੇ ਜਨਰੇਟ ਕਰਨੇ ਆ। ਠੀਕ ਆ, ਉਹ ਸਮਝ ਆਉਂਦਾ ਵੀ ਹਾਰਡਵੇਅਰ ਦੇ ਪਰਸਪੈਕਟਿਵ ਤੋਂ, ਹਨਾ, ਉਹ ਹਾਰਡਵੇਅਰ ਦੇ ਸਟਾਕ ਕਿਉਂ ਡਿੱਗੇ, ਪਰ ਹੁਣ ਸੌਫਟਵੇਅਰ ਦੇ ਜਿਹੜੇ ਆਲਰੇਡੀ 73 ਹੈਗੇ ਮਾਰਕੀਟ ਦੇ ਵਿੱਚ, ਉਹਨਾਂ ਦੇ ਸਟਾਕ, ਉਹਨਾਂ ਦੇ ਲਈ ਵਰਿੰਗ ਕਿਉਂ ਇਹ ਚੀਜ਼ ਹੋਈ। ਉਹਦਾ ਕਾਰਨ ਇਹ ਸੀ ਰਾਜਕਰਨ ਕਿ DeepSeek ਨੇ ਅਪਰੋਚ ਜਿਹੜੀ ਉਹ ਬੜੀ ਡਿਫਰੈਂਟ ਰੱਖੀ। ਉਹਨੇ ਕਿਹਾ ਕਿ ਆਪਾਂ ਜਿਹੜਾ ਸਾਡਾ ਮਾਡਲ ਹੈ ਇਹਨੂੰ ਆਪਾਂ ਓਪਨ ਸੋਰਸ ਕਰ ਦੇਣਾ। ਓਪਨ ਸੋਰਸ ਬਾਰੇ ਅਸੀਂ ਡੀਟੇਲ ਡਿਸਕਸ਼ਨ ਕੀਤੀ ਹੈ ਪਿਛਲੇ ਟਾਕ ਸ਼ੋਅ ਵਿੱਚ, ਸਾਡੇ ਸਰੋਤੇ ਸੁਣ ਸਕਦੇ ਆ, ਪਰ ਮਤਲਬ ਵੀ ਉਹਨੂੰ ਕੋਈ ਵੀ ਕਮਰਸ਼ੀਅਲੀ ਤੇ ਐਕੈਡੈਮਿਕਲੀ ਉਹਨੂੰ ਯੂਜ਼ ਕਰ ਸਕਦਾ ਵਿਦਆਊਟ ਪੇਇੰਗ ਰਾਇਲਟੀ। ਠੀਕ ਆ, ਹੁਣ ਆਪਾਂ ChatGPT ਨੂੰ $20 ਦਿੰਨੇ ਆ ਜਾਂ $200 ਦਿੰਨੇ, ਡਿਪੈਂਡਿੰਗ ਅਪਨ ਤੁਸੀਂ ਕਿਹੜਾ ਵਰਜ਼ਨ ਲੈਂਦੇ ਹੋ, ਹਨਾ।
ਸੋ ਉਹਦੇ ਵਿੱਚ ਰਾਜ ਕਰਨ ਨਾਲ ਇਹ ਆ ਵੀ US ਦੀ ਐਕਸਪੋਰਟ ਦੀ ਲਿਮਿਟੇਸ਼ਨ ਹੋਣ ਦੇ ਬਾਵਜੂਦ ਉਹਨਾਂ ਨੇ ਇੱਕ ਬਹੁਤ ਚੀਪ ਤੇ ਸੇਮ ਲੈਵਲ ਦਾ ਜਾਂ ਆਲਮੋਸਟ ਸੇਮ ਲੈਵਲ ਦਾ ਕਹਿ ਲਓ ਇੱਕ ਜਿਹੜਾ ਮਾਡਲ ਆ ਜਨਰੇਟ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ। ਸੋ ਇਹ ਕਾਰਨ ਸੀ ਕਿ ਪਿਛਲੇ ਹਫ਼ਤੇ ਦੇ ਵਿੱਚ ਜਿਹੜੀ ਮਾਰਕੀਟ ਆ ਉਹਦੇ ਵਿੱਚ ਕਾਫੀ ਜਿਹੜਾ ਰੌਲਾ ਪਿਆ ਹੋਇਆ ਸੀ। ਸੋ ਇਹਦੇ ਤੋਂ ਇੱਕ ਦੋ ਚੀਜ਼ਾਂ ਬਿਜ਼ਨਸ ਦੇ ਪਰਸਪੈਕਟਿਵ ਤੋਂ, ਇੱਕ ਤਾਂ ਇਹ ਆ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਐਪਲੀਕੇਸ਼ਨਸ ਆ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਜਿਹੜੀ ਇੱਕ ਵਾਰ ਆ ਨਾ ਵੀ ਮੈਂ ਇਹਨੂੰ ਓਨ ਕਰਾਂ ਜਾਂ ਉਹਨੂੰ ਉਹਨਾਂ ਜ਼ਿਆਦਾ ਡੈਮੋਕ੍ਰੇਟਾਈਜ਼ ਕਰ ਦਿੱਤਾ। ਸਾਡੇ ਲਈ ਖੁਸ਼ਖਬਰੀ ਐਜ਼ ਅ ਯੂਜ਼ਰ ਕਿ ਸਾਨੂੰ ਲੋ ਕਾਸਟ LLM ਜਿਹੜੇ ਆ ਮਿਲਣਗੇ ਆਉਣ ਵਾਲੀ ਮਾਰਕੀਟ ਦੇ ਵਿੱਚ, ਕਿਉਂਕਿ ਜੇ DeepSeek ਨੇ ਫ੍ਰੀ ਓਪਨ ਸੋਰਸ ਸਾਹਮਣੇ ਕੀਤਾ ਹੋਇਆ ਤੇ ਜਿਹੜਾ ਪੇਡ ਵਰਜ਼ਨ ਆ ChatGPT ਦਾ ਕੌਣ ਲਊਗਾ ਨਾ, ਮਿਸਾਲ ਦੇ ਤੌਰ ਤੇ। ਔਰ $200 ਮਹੀਨੇ ਦਾ ਕਹਿੰਦੇ ਦੇਣਾ, $20 ਮਹੀਨੇ ਦਾ ਕੌਣ ਕਿਉਂ ਦਊਗਾ ਜੇ ਉਹੀ ਚੀਜ਼ ਇਹਨਾਂ ਨੂੰ ਫ੍ਰੀ ਦੇ ਵਿੱਚ ਮਿਲ ਰਹੀ ਹੈ। ਸੇਮ ਐਪਲੀਕੇਸ਼ਨ ਹੈ ਨਾ, ਸੋ ਇਹ ਆਮ ਲੋਕਾਂ ਦੇ ਲਈ ਸੋ ਇਹ ਹਰਵਿੰਦਰ ਆਈ ਥਿੰਕ ਬਹੁਤ ਸਾਰਿਆਂ ਦੇ ਮਨਾਂ ਦੇ ਵਿੱਚ ਜਿੱਦਾਂ ਹੁਣ ਇਹ ਤੌਖਲੇ ਆ ਸਵਾਲ ਤਾਂ ਜਿਹੜਾ ਉਹ ਹੈਗਾ ਹੀ ਆ ਵੀ ਇਹ ਡਾਟਾ ਜਿਹੜਾ ਤੁਸੀਂ ਕਹਿੰਦੇ ਵੀ ਜਿਹੜੀ ਸੌਫਟਵੇਅਰ ਇਨੋਵੇਸ਼ਨ ਆ, ਇਹਨਾਂ ਨੇ ਕੁਛ ਇਹਨਾਂ ਨੇ ਇਹਦੇ ਵਿੱਚ ਦੱਸਿਆ, ਕੋਈ ਪੇਪਰ ਪੂਪਰ ਵੀ ਡਿਸਟਰੀਬਿਊਟ ਕੀਤਾ, ਕੋਈ ਦੱਸਿਆ ਵੀ ਕਿੱਥੋਂ ਇਹ ਡਾਟੇ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਆ, ਈਵਨ ਹਾਰਡਵੇਅਰ ਜਿਹੜਾ ਵੀ ਹਾਰਡਵੇਅਰ ਇਹਨਾਂ ਕੋਲ ਹੈਗਾ ਉਹਨੂੰ ਇਦਾਂ ਐਫੀਸ਼ੀਐਂਟ ਬਣਾ ਕੇ ਉਹ ਕਿੱਦਾਂ ਕਰਨ ਦੇ ਵਿੱਚ ਕਾਮਯਾਬ ਹੋਏ ਆ? ਹਾਂਜੀ, ਸੋ ਜਿਹੜਾ ਉਹਨਾਂ ਡੇਟਾ ਨਾ ਟ੍ਰੇਨਿੰਗ ਡੇਟਾ ਉਹ ਨਾ ਪਬਲਿਕ ਨਹੀਂ ਕੀਤਾ ਐਸ ਜਿਹੜੀ ਮੈਂ ਰਿਪੋਰਟ ਪੜ੍ਹੀ ਸੀ। ਠੀਕ ਆ, ਓਪਨ AI ਨੇ ਕੀਤਾ ਸੀਗਾ? ਉਹ ਨਹੀਂ, ਉਹਨਾਂ ਵੀ ਨਹੀਂ ਕੀਤਾ, ਉਹਨਾਂ ਨੇ ਵੀ ਨਹੀਂ, ਕੋਈ ਵੀ ਨਹੀਂ ਕਰ ਰਿਹਾ ਮਤਲਬ। ਹਾਂਜੀ, ਸੋ ਉਹਦੇ ਕੁਝ ਮੈਨੂੰ ਜੋ ਲੱਗਦਾ ਕਿ ਜਿੰਨਾ ਕੁ ਮੈਂ ਇਹਨੂੰ ਜਾਣਦਾ ਵੀ ਉਹਦੇ ਕੁਝ ਇੰਪਲੀਕੇਸ਼ਨਸ ਹੋ ਸਕਦੇ ਆ ਵੀ ਜੇ ਡੇਟਾ ਨੂੰ ਤੁਸੀਂ ਪਬਲਿਕ ਕਰ ਲਓ ਤੇ ਉਹਦੇ ਵਿੱਚ ਮੰਨ ਲਓ ਵੀ ਰਾਜਕਰਨ ਨੇ ਕੋਈ ਆਰਟੀਕਲ ਲਿਖਿਆ ਹੋਇਆ ਸਕਾਲਰਲੀ ਆਰਟੀਕਲ ਤੇ ਉਹਨੂੰ ਯੂਜ਼ ਕੀਤਾ ਹੋਏ ਤੇ ਰਾਜਕਰਨ ਤਾਂ ਕਰੂਗਾ ਸੂ ਓਪਨ AI ਨੂੰ ਵੀ ਤੁਸੀਂ ਮੇਰੀ ਬਿਨਾਂ ਮਰਜ਼ੀ ਤੋਂ ਯੂਜ਼ ਕੀਤਾ ਹੈ ਨਾ, ਇੱਕ ਕਾਰਨ ਉਹ ਇੰਪਲੀਕੇਸ਼ਨ। ਰਾਇਲਟੀ ਦਾ ਰੌਲਾ ਤਾਂ ਪਿਆ ਹੀ ਸੀਗਾ ਓਪਨ AI ਅੱਗੇ ਵੀ ਪੈਣਾ ਹੀ ਆ, ਅੱਗੇ ਵੀ ਪੈਣਾ। ਸੋ ਉਹਦੇ ਕਰਕੇ ਬਹੁਤ ਜ਼ਿਆਦਾ ਯੂਜ਼ ਨਹੀਂ ਕਰਦੇ ਤੇ ਇਹੀ ਚੀਜ਼ ਕਰਕੇ ਜਿਹੜੇ ਓਪਨ AI ਵਾਲੇ ਕਹਿੰਦੇ ਕਿ ਸਾਡੇ ਟ੍ਰੇਨਡ ਡੇਟਾ ਸੈੱਟ ਇਹਨਾਂ ਲੈ ਲਏ, ਚੋਰੀ ਕਰ ਲਏ ਤੇ ਉਹ ਤੋਂ ਇਹਨਾਂ ਡਿਵੈਲਪ ਕਰ ਲਿਆ। ਜੇ ਓਪਨ ਸੌਰੀ ਮੈਂ ਗੱਲ ਨੂੰ ਓਪਨ AI ਦਾ ਜੇ ਆਲਰੇਡੀ ਇਹਨਾਂ ਦਾ ਅਵੇਲੇਬਲ ਸੀਗਾ, ਉਹ ਡਾਟਾ ਨੂੰ ਸਕ੍ਰੈਪ ਕਰਕੇ DeepSeek ਨੂੰ ਉਹਦੇ ਤੋਂ ਹੀ ਤਾਂ ਨਹੀਂ ਟ੍ਰੇਨ ਕਰਾਈ ਗਏ? ਇਹ ਤਾਂ ਜੀ ਰੱਬ ਹੀ ਜਾਣਦਾ ਜਾਂ ਉਹ ਜਾਣਦੇ ਸਿਆਣਾ ਬੰਦਾ ਤਾਂ ਕਰ ਸਕਦਾ ਏਦਾਂ। ਚਲੋ ਇਹ ਮੈਂ ਮੋਟੇ ਤੌਰ ਤੇ ਸਟੇਟਮੈਂਟ ਦੇ ਦਿੱਤੀ ਜਿੰਨਾ ਮਾਰਕੀਟ ਦੇ ਵਿੱਚ ਆ, ਪਰ ਆਪਣਾ ਓਪੀਨੀਅਨ ਵੀ ਤੈਨੂੰ ਪਤਾ ਆਪਾਂ ਵਿੱਚ ਬੋਲਦੇ ਹੀ ਆ। ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ। ਉਹਦਾ ਕਾਰਨ ਇਹ ਹੈ ਕਿ ਕੱਲੀ ਆਪਾਂ ਨਾ DeepSeek ਦੀ ਹੀ ਗੱਲ ਨਾ ਕਰੀਏ, ਉਸ ਤੋਂ ਬਾਅਦ ਅਲੀਬਾਬਾ ਨੇ ਆਪਣਾ ਮਾਡਲ ਬਾਹਰ ਕੱਢ ਕੇ ਅਲੀਬਾਬਾ ਨੇ ਆਪਣਾ ਮਾਡਲ ਕੱਢਿਆ, ਉਹ ਸ਼ਾਇਦ ਉਹਨਾਂ ਇੰਟੈਲੀਜੈਂਟ ਨਹੀਂ ਆ ਪਰ ਨੇੜੇ ਤੇੜੇ ਹੀ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਇੱਕ ਬਿਜ਼ਨਸ ਦੇ ਵਿੱਚ ਆਉਂਦੇ ਹੋ, ਇੱਕ ਬਿਜ਼ਨਸ ਦੇ ਵਿੱਚ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ, ਜਿਹੜੀ ਮੈਂ ਅਖੀਰਲੀ ਗੱਲ ਇੱਥੇ ਕਰਨੀ ਆ ਉਹ ਇਹ ਹੈ ਕਿ AI ਦੇ ਨਾਲ ਰਿਲੇਟਡ ਕਿਉਂਕਿ ਬਹੁਤ ਜ਼ਿਆਦਾ ਪੈਸਾ ਖਰਚ ਹੋ ਰਿਹਾ ਤੇ ਜਿਹੜੇ ਇਨਵੈਸਟਰ ਹੁਣ ਇਸ ਚੀਜ਼ ਨੂੰ ਕੁਐਸਚਨ ਕਰਨ ਲੱਗ ਪਏ ਕਿ ਦੇਖੋ ਆਪਾਂ ਵੱਡੀਆਂ ਕੰਪਨੀ ਬਿਗ ਟੈਕ ਦੇ ਉੱਤੇ ਇੰਨਾ ਪੈਸਾ ਕਰੋੜਾਂ ਹਨਾ ਰੁਪਈਆ ਬਿਲੀਅਨਸ ਆਫ ਡਾਲਰ ਜਿਹੜੇ ਉਹ ਖਰਚਦੇ ਪਏ ਆ, ਪਰ ਮੋਟ ਕਿੱਥੇ ਆ, ਹੈਨਾ? ਮੋਟ ਮੈਂ ਦੱਸਦਾ ਆਪਣੇ ਸਰੋਤਿਆਂ ਦੇ ਲਈ ਇੱਕ ਟਰਮ ਆ, ਪੁਰਾਣੇ ਜ਼ਮਾਨੇ ਦੇ ਵਿੱਚ ਕਿਲੇ ਹੁੰਦੇ ਸੀ ਤੇ ਕਿਲਿਆਂ ਦੇ ਵਿੱਚ ਘਰ ਕੀ ਕਰਦੇ ਹੁੰਦੇ ਸੀ, ਖੱਡ ਪੁੱਟ ਕੇ ਉੱਚ ਪਾਣੀ ਭਰ ਦਿੰਦੇ ਆਲੇ ਦੁਆਲੇ ਉਹਦੇ, ਹੈਨਾ, ਤੇ ਤਾਂ ਕਿ ਜਿਹੜਾ ਦੁਸ਼ਮਣ ਉਹ ਕਿਲੇ ਦੇ ਵਿੱਚ ਨਾ ਆਉਣ, ਉਹਨੂੰ ਵਰਡ ਮੋਟ ਕਹਿੰਦੇ ਆ। ਤੇ ਬਿਜ਼ਨਸ ਦੇ ਵਿੱਚ ਇਹ ਟਰਮ ਨੂੰ ਏਦਾਂ ਯੂਜ਼ ਕਰਦੇ ਆ ਕਿ ਤੁਸੀਂ ਕੁਛ ਆਪਣਾ ਡਿਵੈਲਪ ਕਰ ਲਿਆ, ਕਿੰਨਾ ਟਾਈਮ ਤੇ ਰਿਸੋਰਸਿਸ ਦੂਸਰੀ ਕੰਪਨੀ ਨੂੰ ਲੱਗੂਗਾ ਟੂ ਬੀ ਐਟ ਯੋਰ ਲੈਵਲ, ਜਿਹੜੀ ਤੁਹਾਡਾ ਐਡਵਾਂਟੇਜ ਆ ਉਹ ਕਿੰਨਾ ਕੁ ਹੈਗਾ ਹੈ ਬੇਸਿਕਲੀ। ਹਾਂਜੀ, ਤੁਹਾਡਾ ਐਡਵਾਂਟੇਜ ਕਿੰਨਾ ਹੈ ਮੋਟੇ ਤੌਰ ਤੇ। ਸੋ ਹੁਣ ਇਹ ਕਹਿੰਦੇ ਆ ਵੀ ਯਾਰ ਤੁਸੀਂ ਆਪਾਂ $1 ਬਿਲੀਅਨ ਲਾ ਕੇ ਮਾਡਲ ਬਣਾਓ, ਉਧਰ ਚਾਈਨਾ ਵਾਲਿਆਂ ਨੇ 5 ਮਿਲੀਅਨ ਚ ਮਾਡਲ ਬਣਾ ਲਿਆ ਤੇ ਮੋਟ ਕਿੱਥੇ ਆ, ਹੈ ਨਾ, ਸਾਡੀ ਇਨਵੈਸਟਮੈਂਟ ਦਾ। ਤੇ ਉਹ ਇਦਾਂ ਦੀ ਕਈ ਜਿਹੜੀ ਇਨਵੈਸਟਮੈਂਟ ਹੁਣ ਜਿਹੜੀ ਕਮਿਊਨਿਟੀਜ਼ ਆ ਉਹਨਾਂ ਚ ਜਿਹੜੀਆਂ ਗੱਲਾਂ ਬਾਤਾਂ ਉਹ ਚੱਲ ਰਹੀਆਂ। ਇਮੀਡੀਏਟਲੀ ਜਿਹੜੀ ਟ੍ਰੇਡ ਵਾਰ ਚੱਲ ਪਈ ਉਹਦੇ ਕਰਕੇ ਜਿਹੜੀਆਂ ਗੱਲਾਂ, ਜਿਹੜਾ ਸਾਰਾ ਧਿਆਨ ਉਹ ਟ੍ਰੇਡ ਵਾਰ ਵੱਲ ਹੋ ਗਿਆ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਕਾਫੀ ਚੱਲ ਰਹੀਆਂ ਸੀ, ਚੱਲਦੀਆਂ ਤਾਂ ਰਹਿਣਗੀਆਂ ਤੇ ਆਉਣ ਵਾਲੇ ਵਿੱਚ ਦੇਖੋ ਹੁਣ ਜਿਹੜੇ ਕਿਸ ਨੂੰ ਤੁਰਦਾ। ਪਰ ਇਹ ਕੁਛ ਗੱਲਾਂ ਬਾਤਾਂ ਜਿਹੜੀਆਂ ਪਿਛਲੇ ਹਫ਼ਤੇ ਹੋਈਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ, ਜਿਹਨੇ ਵਾਕਈ ਜਿੱਦਾਂ ਤੁਸੀਂ ਕਿਹਾ ਤਰਥੱਲੀ ਜਿਹੜੀ ਉਹ ਮਚਾ ਦਿੱਤੀ। ਸੋ ਲਿਆਂਗ ਵੈਨਫੈਂਗ ਜਿਹੜਾ ਫਾਊਂਡਰ ਆ DeepSeek ਦਾ, ਕਹਿੰਦੇ ਵੀ ਪਹੁੰਚਿਆ ਆ, ਕੁਝ ਘੰਟੇ ਪਹਿਲਾਂ ਦੀਆਂ ਹੀ ਖਬਰਾਂ ਆ ਵੀ ਵਾਪਸ ਪਹੁੰਚਿਆ ਤੇ ਕਹਿੰਦੇ ਵੀ ਇਹ ਫੁੱਲਾਂ ਦੇ ਨਾਲ ਉਹਦਾ ਸਵਾਗਤ ਹੋਇਆ ਆ, ਹੀਰੋਜ਼ ਵੈਲਕਮ ਜਿਹੜਾ ਉਸਨੂੰ ਕੀਤਾ ਗਿਆ ਆ। ਜਦੋਂ ਵੀ ਕਿਸੇ ਹੋਰ ਕੰਪਨੀ ਦੀ ਡਾਟਾ ਦੀ ਗੱਲ ਆਉਂਦੀ ਆ ਅਰਵਿੰਦਰ, ਇਹ ਜਿਹੜਾ ਡੈਫੀਨੇਟਲੀ ਇੱਕ ਪਾਰਟ ਤਾਂ ਜਿਹੜਾ ਰਹਿਣਾ ਹੀ ਆ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ, ਕੋਈ ਵੀ ਮੁਲਕ, ਕੋਈ ਵੀ ਕੰਪਨੀ, ਉਹਦਾ ਆਪਣਾ ਇੱਕ ਪ੍ਰੋਪੇਗੈਂਡਾ ਹੁੰਦਾ, ਉਹਦਾ ਆਪਣਾ ਇੱਕ ਏਜੰਡਾ ਹੁੰਦਾ ਆ।
ਤੇ ਉਸ ਆਧਾਰ ਦੇ ਨਾਲ ਉਹਦੇ ਫੈਸਲੇ ਜਿਹੜਾ ਉਹ ਕੀਤੇ ਜਾਂਦੇ, ਉਹਦੇ ਨਾਲ ਉਹਨੂੰ ਕਿੱਦਾਂ ਵਰਤਿਆ ਜਾਣਾ ਆ। ਸੋ ਲੋਕਾਂ ਦਾ ਸੇਮ ਤਰਕ ਆ, ਜਿੱਥੇ ਕਹਿੰਦੇ ਵੀ ਅਮਰੀਕਨ ਡਾਟਾ ਜਿਹੜਾ ਉੱਥੇ ਜਾ ਸਕਦਾ, ਕਹਿੰਦੇ ਵੀ ਅੱਗੇ ਕਿਹੜਾ ਨਹੀਂ ਜਾਂਦਾ। ਸੋ ਉਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਪੈਰਲਲੀ ਜਿਹੜੇ ਥਾਟ ਆ ਉਹ ਚੱਲਦੇ ਹੀ ਰਹਿਣੇ ਆ। ਕਨਵਰਜ ਇਹਨਾਂ ਨੇ ਪਤਾ ਨਹੀਂ ਕਦੀ ਹੋਣਾ ਜਾਂ ਨਹੀਂ ਹੋਣਾ। ਅੱਛਾ, ਹੁਣ ਜਿਹੜਾ ਇਹ ਆ ਵੀ ਇਹਦੀ ਆਪਣੀ ਐਕਚੁਅਲ 'ਚ ਜਿਹੜੀ ਥਿੰਕਿੰਗ ਪਾਵਰ ਆ, ਕੀ ਵਾਕਿਆ ਹੀ ਓਪਨ ਏਆਈ ਦੇ ਬਰਾਬਰ ਆ, ਬੈਟਰ ਆ, ਮਾੜੀ ਆ, ਕਿੱਦਾਂ ਆ ਕਿ ਇਹ ਇੱਕ ਗਲੋਰੀਫਾਈਡ ਸਰਚ ਇੰਜਨ ਆ? ਸੋ ਬੇਸਿਕਲੀ ਨਾ ਇਹ ਬੜਾ ਵਧੀਆ ਕੁਐਸਚਨ ਆ ਤੁਹਾਡਾ, ਕਿਉਂਕਿ ਤੁਹਾਨੂੰ ਪਤਾ ਟੈਕ ਕਮਿਊਨਿਟੀ ਦੇ ਵਿੱਚ ਲੋਕ ਬਹੁਤ ਇਨੋਵੇਟਿਵ ਹੁੰਦੇ ਆ, ਹੈਨਾ। ਤੇ ਉਹਦੇ ਵਿੱਚ ਨਾ ਉਹਨੂੰ ਬੇਸਿਕਲੀ ਇੱਕ ਸਵਾਲ ਪੁੱਛਿਆ ਗਿਆ ਕਿ ਸੈਮ ਐਲਟਮੈਨ ਨੂੰ ਕਿ ਉਹਨਾਂ ਦੇ ਇਹ ਤੁਹਾਡਾ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਇਹਨੂੰ ਡਿਵੈਲਪ ਕਰ ਲਿਆ, ਤੇ ਉਹ ਅੱਗੋਂ ਕਹਿੰਦੇ ਵੀ ਵੇਖੋ ਇਹ ਇੱਕ ਰਿਲੇਟਿਵਲੀ ਈਜ਼ੀ ਤਰੀਕਾ ਹੈਗਾ, ਜੇ ਕੁਝ ਆਲਰੇਡੀ ਐਗਜ਼ਿਸਟ ਕਰਦਾ ਉਹਨੂੰ ਤੁਸੀਂ ਰੈਪਲੀਕੇਟ ਕਰਕੇ ਤੇ ਉਹਨੂੰ ਤੁਸੀਂ ਕਾਪੀ ਕਰ ਦਿੰਦੇ ਹੋ, ਹੈਨਾ। ਸੋ ਉਹਦੇ ਵਿੱਚ ਰਾਜਕਰਨ ਇਹਦੇ ਵਿੱਚ ਇਹ ਆ, ਉਹਦੇ ਨਾਲ ਦੀ ਨਾਲ ਉਹਨੇ ਕਿਹਾ ਆਪਣੀ ਚਲੋ ਸਾਰੀ ਕਰਦੇ ਆ ਵੀ ਇਟਸ ਐਕਸਟ੍ਰੀਮਲੀ ਡਿਫਿਕਲਟ ਟੂ ਬਿਲਡ ਸਮਥਿੰਗ ਦੈਟ ਇਜ਼ ਨਿਊ ਐਂਡ ਰਿਸਕੀ, ਹੈਨਾ। ਸੋ ਉਹਦੇ ਵਿੱਚ ਜਿਹੜਾ ਦਾ ਮਾਡਲ ਆ, ਸੋ ਉਹ ਤਾਂ ਨਹੀਂ ਆ GPT ਬੇਸਡ, ਐਕਚੁਅਲੀ ਉਹ ਇਦਾਂ ਕਲੇਮ ਕਰਦੇ ਆ। ਸੋ ਥੋੜੇ ਬਹੁਤੇ ਹੈ ਨਾ ਜਿਹੜੇ ਇਹਦੇ ਰਿਸਰਚ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗੀ ਕਿ ਜਿਹੜੇ ਸੈਮ ਐਲਟਮਨ ਕਰ ਰਹੇ ਆ, ਵੀ ਉਹ ਕਹਿੰਦੇ ਕਿ ਇਹ ਨਾ ਐਮੂਲੇਟ ਕੀਤਾ ਚੈਟ GPT ਨੂੰ, ਜਿਹੜੀ ਓਪਨ AI ਦੀ ਐਗਜ਼ਿਸਟਿੰਗ ਆਊਟਪੁੱਟਸ ਆ ਉਹਦੇ ਤੋਂ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਕੁਝ ਰਿਸਰਚ ਵਗੈਰਾ ਬਾਹਰ ਲੈ ਕੇ ਆਉਂਦੇ ਆ ਇਸ ਕਲੇਮ ਨੂੰ ਪ੍ਰੂਵ ਕਰਨ ਦੇ ਲਈ ਕਿ ਇਹ ਇੱਕ ਮਾਰਕੀਟ ਹੈਰਸੀ ਬਣ ਜਾਂਦੀ ਆ। ਇਹ ਆਉਣ ਵਾਲਾ ਟਾਈਮ ਹੀ ਜਿਹੜਾ ਉਹ ਦੱਸੂਗਾ। ਪਰ ਇਹ ਕੁਛ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਸਾਨੂੰ ਲਾਗੇ ਹੋ ਕੇ ਟਰੈਕ ਕਰਨ ਦੀ ਲੋੜ ਆ। ਤੇ ਅਗੇਨ ਜਦੋਂ ਆਪਾਂ ਆਪਣੀ ਗੱਲਬਾਤ ਕਰਦੇ ਨਾ, ਉਹਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਇਹ ਹੈ, ਜਿਹੜੀ ਮੈਂ ਸ਼ਾਇਦ ਥੋੜਾ ਜਿਹਾ ਟੱਚ ਕੀਤਾ ਸੀ ਹੁਣੇ ਪਹਿਲਾਂ, ਕਿ ਸਾਨੂੰ ਇਹਦਾ ਕੀ ਬੈਨੀਫਿਟ ਹੈ। ਇਹ ਕੁਛ ਚੀਜ਼ਾਂ ਡਿਵੈਲਪ ਹੋ ਰਹੀਆਂ, ਸਾਨੂੰ ਇਹਦਾ ਰਾਜਕਰਨ ਬੈਨੀਫਿਟ ਇਹ ਆ ਕਿ ਸਾਡੇ ਲਈ AI ਨੂੰ ਲੈਵਰੇਜ ਕਰਨਾ ਆਪਣੇ ਬਿਜ਼ਨਸ ਦੇ ਵਿੱਚ, ਕੰਮ ਦੇ ਵਿੱਚ, ਰਿਸਰਚ ਦੇ ਵਿੱਚ, ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਸੌਖਾ ਤੇ ਸਸਤਾ ਹੋਏਗਾ। ਜੀ, ਕੀ ਡੀਪਸੀਕ ਅਮਰੀਕਾ ਦੇ ਵਿੱਚ ਅਜੇ ਅਵੇਲੇਬਲ ਆ? ਮੈਂ ਸੁਣਿਆ ਸੀਗਾ ਵੀ ਕੋਈ ਇੱਕ ਕਾਨੂੰਨ ਬਣਾਉਣ ਲੱਗੇ ਜਿਹੜਾ ਕੋਈ ਡਾਊਨਲੋਡ ਕਰਨ ਵਾਲੇ ਨੂੰ ਸਜ਼ਾ ਜਾਂ ਜੁਰਮਾਨਾ ਜਿਹੜਾ ਉਹ ਲਾਇਆ ਜਾ ਸਕਦਾ। ਨਹੀਂ ਏਦਾਂ ਦੀ ਅਜੇ ਤਾਂ ਕੁਛ ਨਹੀਂ ਆ, ਅਜੇ ਏਦਾਂ ਦੀ ਕੋਈ ਗੱਲ ਨਹੀਂ। ਮੈਂ ਤੈਨੂੰ ਆਪ ਦੱਸਿਆ ਕਿ ਮੈਂ ਸੈਨੋਜ਼ੇ ਹੀ ਆ ਤੇ ਮੈਂ ਇਹਨੂੰ ਡਾਊਨਲੋਡ ਕਰਕੇ ਵਰਤਿਆ। ਸੋ ਮੈਨੂੰ ਤੇ ਅਜੇ ਕਿਸੇ ਦੀ ਕੋਈ ਦਸਤਕ ਨਹੀਂ ਮਿਲੀ। ਸੋ ਡੈਫੀਨੇਟਲੀ ਕਿਉਂਕਿ ਮਸਲਾ ਦੇਖੋ, ਹੁਣ ਐਲਟਮੈਨ ਹੁਣੀ ਸੜੇ ਤਾਂ ਹੈਗੇ ਹੀ ਆ, ਵੀ ਬਿਲੀਅਨਸ ਆਫ ਡਾਲਰ ਆ, ਇਨਵੈਸਟਰ ਵੀ ਰੋਂਦੇ ਆ, ਉਹ ਵੀ ਉਹਦੀ ਧੌਣ ਉਹਦੇ ਕੰਨ ਮਰੋੜਦੇ ਹੁਣ ਵੀ ਭਾਈ ਫਾਇਦਾ ਕੀ ਹੋਇਆ ਤੈਨੂੰ ਇੰਨੇ ਪੈਸੇ ਜਿਹੜੇ ਉਹ ਦੇਣ ਦਾ। ਆ ਹੁਣੇ ਸਟਾਰਸ਼ਿਪ ਕੀ ਸੀਗਾ, ਸਟਾਰਗੇਟ ਜਿਹੜਾ ਇਹਨਾਂ ਨੇ ਪ੍ਰੋਜੈਕਟ $500 ਬਿਲੀਅਨ ਦਾ, ਔਰੈਕਲ, ਓਪਨ AI ਤੇ ਸੌਫਟਬੈਂਕ ਦਾ, ਉਹਨਾਂ ਸਾਰਿਆਂ ਨਾਲ ਮਿਲ ਕੇ ਕਰਨ ਲੱਗੇ ਆ। ਸੋ ਭਾਜਣਾ ਤਾਂ ਜਿਹੜੀਆਂ ਇਹਨਾਂ ਨੂੰ ਪਈਆਂ ਹੀ ਆ। ਜੇ ਚਾਈਨਾ ਚੁੱਪ ਚੁਪੀਤੇ ਘੱਟ ਡਾਲਰ ਲਾ ਕੇ ਅਮਰੀਕਾ ਤੋਂ ਅੱਗੇ ਲੰਘ ਗਿਆ ਤੇ ਇੱਕ ਕੰਟਰੀ ਦੀ ਨੱਕ ਦਾ ਵੀ ਸਵਾਲ ਹੋ ਜਾਂਦਾ ਜਾਂ ਮੁੱਛ ਦਾ ਸਵਾਲ ਵੀ ਜਿਹੜਾ ਉਹ ਨਾਲ ਦੇ ਨਾਲ ਬਣ ਜਾਂਦਾ। ਬ੍ਰੇਕ ਲੈਂਦੇ ਆ ਤੇ AI ਦੇ ਬਾਰੇ ਚਰਚਾ ਨੂੰ ਜਾਰੀ ਰੱਖਾਂਗੇ। ਅੱਗੇ ਮੈਟਾ ਵਾਲੇ ਕੀ ਕਰਨ ਦੇ ਆ AI ਨੂੰ ਲੈ ਕੇ, ਉਸ ਦੇ ਬਾਰੇ ਵੀ ਜਿਹੜੀ ਤੁਹਾਡੇ ਨਾਲ ਚਰਚਾ ਜਿਹੜੀ ਉਹ ਕਰਦੇ ਆ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਨਾਲ। ਬ੍ਰੇਕ ਤੋਂ ਬਾਅਦ ਜੁੜਦੇ ਆ। ਠੀਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਦਾ ਫਿਰ ਤੋਂ ਜੀ ਆਇਆਂ ਆਖਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅੱਛਾ ਹਰਵਿੰਦਰ, AI ਦੀਆਂ ਆਪਾਂ ਗੱਲਾਂ ਕਰ ਰਹੇ ਸੀ, ਡੀਪਸੀਕ ਦੀ ਗੱਲ ਕੀਤੀ ਆ। ਮੈਟਾ ਵਾਲਾ ਜ਼ਕਰਬਰਗ ਕਹਿੰਦਾ ਵੀ $65 ਬਿਲੀਅਨ ਇਸ ਸਾਲ AI ਦੇ ਉੱਤੇ ਜਿਹੜੇ ਉਹਨਾਂ ਨੇ ਲਾਉਣੇ ਹੈਗੇ ਆ। ਇਹ ਪਰ ਉਹੀ ਜ਼ਕਰਬਰਗ ਆ ਜਿਹੜਾ ਇੱਕ ਟਾਈਮ ਆਗੂਮੈਂਟਿਡ ਰਿਐਲਿਟੀ ਨੂੰ ਏਦਾਂ ਮੰਨ ਕੇ ਬੈਠਾ ਸੀ ਵੀ ਇਹੀ ਸਭ ਕੁਝ ਸੱਚ ਆ, ਪਰ ਉਹ ਕਿਤੇ ਨਾ ਕਿਤੇ ਰਹਿ ਗਈ ਆ। ਪਰ AI ਹੁਣ ਇਕੱਲਾ ਇਹਦਾ ਵਿਚਾਰ ਨਹੀਂ ਆ, ਸਾਰੀ ਦੁਨੀਆ ਦਾ ਆ। ਸੋ $65 ਬਿਲੀਅਨ ਇਨਵੈਸਟ ਕਰਨ ਜਾ ਰਹੇ ਆ। ਹਾਂਜੀ, 60 ਤੋਂ $65 ਬਿਲੀਅਨ ਦੋਨਾਂ ਦਾ ਆਈਡੀਆ। ਮੈਂ ਤੁਹਾਡੀ ਗੱਲ ਦੇ ਉੱਤੇ ਉਹ ਵੀ ਦੱਸਦਾ ਕਿ ਜਿਹੜਾ ਆਗੂਮੈਂਟਡ ਰਿਐਲਿਟੀ ਆ ਉਹ ਤੋਂ ਪਿੱਛੇ ਨਹੀਂ ਹਟ ਰਿਹਾ। ਉਹ ਅਜੇ ਵੀ ਕਹਿੰਦਾ ਕਿ ਫਿਊਚਰ ਉਹੀ ਆ। ਮੈਂ ਇੱਕ ਉਹਦੇ ਰਿਲੇਟਡ ਆਰਟੀਕਲ ਪੜ੍ਹਦਾ ਸੀ, ਉਹਦੇ ਵਿੱਚ ਇਹ ਹੈ ਕਿ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਫੋਨ ਨਹੀਂ ਹੋਣਗੇ ਤੇ ਫੋਨ ਤੇ ਜਿਹੜੀ ਜਗ੍ਹਾ ਵਾ ਉਹ AR ਹੈ ਨਾ, ਆਗੂਮੈਂਟਡ ਰਿਐਲਿਟੀ ਜਿਹੜੇ ਗਲਾਸਿਸ ਆ ਉਹ ਲੈ ਲੈਣਗੇ।
ਸੋ ਉਹਦੇ ਲਈ ਹਰ ਤਰ੍ਹਾਂ ਦੇ ਜਿਹੜੇ ਫੋਨ ਆ ਉਹਨਾਂ ਦੀ ਐਕਸਪੈਰੀਮੈਂਟੇਸ਼ਨ ਜਿਹੜੀ ਆ ਹੋ ਰਹੀ ਹੈ। ਮੈਂ ਥੋੜਾ ਜਿਹਾ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸ ਦਵਾਂ ਕਿ ਅਜੇ ਵੀ ਉਹਦੇ ਤੇ ਹੈਗੇ ਆ ਵੀ ਜਿਹੜੀ ਇਹ ਫਿਊਚਰ ਆ ਉਹ AR ਦਾ ਹੀ ਆ। ਖੈਰ ਆਪਾਂ ਇਨਵੈਸਟਮੈਂਟ ਦੇ ਉੱਤੇ ਆਈਏ ਤੇ ਮਾਰਕ ਜ਼ਕਰਬਰਗ ਦੇ ਜਿਹੜੇ ਮੈਟਾ ਪਲੇਟਫਾਰਮ ਬਾਰੇ ਕਿਹਾ ਕਿ 60 ਤੋਂ ਲੈ ਕੇ $65 ਬਿਲੀਅਨ ਆ ਸਾਲ 2025 ਦੇ ਵਿੱਚ AI ਇਨਫਰਾਸਟ੍ਰਕਚਰ ਦੇ ਉੱਤੇ ਇਨਵੈਸਟ ਕਰਨਗੇ। ਤੇ ਉਹਦੇ ਵਿੱਚ ਰਾਜਕਰਨ ਇਹ ਆ ਕਿ ਕਿਉਂਕਿ ਹਰ ਇੱਕ ਐਕਸ ਦਾ ਅਸੀਂ ਦੇਖਿਆ XAI ਦਾ ਉਹ ਡੇਟਾ ਸੈਂਟਰ ਬਣਾ ਰਹੇ ਆ ਤੇ ਜਿਹੜਾ ਮੈਟਾ ਵਾ ਉਹ ਵੀ 2 ਗੀਗਾਵਾਟ ਦਾ ਡੇਟਾ ਸੈਂਟਰ ਬਣਾਏਗਾ। ਵਾਓ, ਹੈ ਨਾ 2 ਗੀਗਾਵਾਟ ਜਿਹੜੀ ਕਿ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਮੈਨਹੈਟਨ ਆ ਉਹਦੇ ਇਕੁਅਲ ਜਾਂ ਉਹਦੇ ਆਲਮੋਸਟ ਇਕੁਅਲ ਜਿਹੜਾ ਹੋਏਗਾ, ਐਡਾ ਵੱਡਾ ਡੇਟਾ ਸੈਂਟਰ ਬਣਾ ਰਿਹਾ ਹੈ ਨਾ। ਤੇ ਇਹਦੇ ਨਾਲ ਇਹ ਵੀ ਦੱਸਦੇ ਜਾਈਏ ਕਿ ਜਿਹੜਾ NVIDIA ਵਾ ਉਹਦਾ ਉਹ ਸਭ ਤੋਂ ਵੱਡਾ ਕਸਟਮਰ ਆ ਮੈਟਾ, ਤੇ ਉਹ ਜਿਹੜੀ ਉਹਦੀ ਇੰਟੈਲੀਜੈਂਟ ਚਿਪਸ ਆ ਉਹਨਾਂ ਨੂੰ ਪ੍ਰੋਕਿਓਰ ਕਰਨ ਦੇ ਵਾਸਤੇ ਉਹਨੇ ਕਿਹਾ ਹੈ ਨਾ ਵੀ ਮੈਂ ਬਹੁਤ ਜ਼ਿਆਦਾ ਪ੍ਰੋਕਿਓਰ ਕਰੂੰਗਾ। ਤੇ ਉਹਦਾ ਆਈਡੀਆ ਹੈਗਾ ਕਿ ਸਾਲ ਦੇ ਅਖੀਰ ਤੱਕ 2025 ਦੇ ਅਖੀਰ ਤੱਕ ਉਹ 1.3 ਮਿਲੀਅਨ ਯਾਨੀ ਕਿ 13 ਲੱਖ ਗ੍ਰਾਫਿਕ ਪ੍ਰੋਸੈਸਰਸ ਆ ਉਹਨਾਂ ਕੋਲ ਪ੍ਰੋਕਿਓਰ ਕਰੇਗਾ। ਸੋ ਉਹਨਾਂ ਦੇ ਅਕੋਰਡਿੰਗ ਉਹ ਬਿਗ ਜਾ ਰਹੇ ਆ AI ਦੇ ਉੱਤੇ। ਕਹਿੰਦਾ ਆਹ ਸਾਲ ਜਿਹੜਾ ਸਾਡਾ ਹੈਗਾ ਉਹ ਵੱਡਾ ਜਾਊਗਾ AI ਦੇ ਉੱਤੇ। ਨਾਲ ਦੀ ਨਾਲ ਇਹ ਵੀ ਦੱਸਾਂਗੇ ਕਿ ਬਾਰ-ਬਾਰ ਆਈ ਥਿੰਕ ਤੀਜੀ ਵਾਰ ਮੈਂ ਗੱਲ ਕਰ ਰਿਹਾ ਕਿ 2025 ਦੇ ਵਿੱਚ ਉਹਨਾਂ ਕੋਈ ਵੀ ਮਿਡ ਲੈਵਲ ਸੌਫਟਵੇਅਰ ਇੰਜੀਨੀਅਰ ਨਹੀਂ ਹਾਇਰ ਕਰ ਰਿਹਾ। ਸੋ ਕੁਛ ਜਿਹੜਾ ਉਹ ਇਨਫੋਰਮੇਸ਼ਨ ਆ, ਕੁਛ ਜਿਹੜੀ ਜੀ ਉਹ OPEX ਆਪਰੇਸ਼ਨਲ ਐਕਸਪੈਂਸ ਜਿਹੜਾ ਉੱਥੋਂ ਬਚਾ ਰਹੇ ਆ ਤੇ AI ਦੇ ਉੱਤੇ ਇਨਵੈਸਟ ਕਰ ਰਹੇ ਆ, ਹਨਾ। ਤੇ ਜਿਹੜਾ ਉਹਦਾ ਰਾਜਕਰਨ AI ਦਾ ਅਸਿਸਟੈਂਸ ਹੈਗੇ ਆ। ਅਸੀਂ ਦੇਖਿਆ ਕਿ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ, ਹਨਾ, ਤੁਸੀਂ ਆਪਣੇ WhatsApp ਦੇ ਉੱਤੇ, ਤੁਸੀਂ ਆਪਣੇ Facebook ਦੇ ਉੱਪਰ, ਜਾਂ ਤੁਸੀਂ ਜਿਹੜਾ Facebook ਫॉर ਬਿਜ਼ਨਸ ਵਗੈਰਾ ਯੂਜ਼ ਕਰਦੇ ਹੋ ਤੇ ਕਾਫੀ ਜ਼ਿਆਦਾ AI ਦੇ ਰਿਲੇਟਡ ਜਿਹੜੇ ਟੂਲਸ ਆ ਉਹ ਯੂਜ਼ ਹਨਾ ਉਹ ਵਰਤ ਰਹੇ, ਕਿਉਂਕਿ ਇੱਕ ਵੱਡਾ ਸਰਵਿਸ ਪ੍ਰੋਵਾਈਡਰ ਹੈਗਾ ਮੈਟਾ ਦਾ। ਕਿ Facebook ਤੇ Instagram 1 ਬਿਲੀਅਨ ਤੋਂ ਲੋਕੀ ਜ਼ਿਆਦਾ ਇਹਨੂੰ ਵਰਤਦੇ ਆ, ਹਨਾ। ਤੇ ਇਹਨਾਂ ਦਾ ਜਿਹੜਾ ਲਾਮਾ 4 ਉਹਨਾਂ ਲੇਟੈਸਟ ਰਿਲੀਜ਼ ਕੀਤਾ ਉਹ ਇੱਕ ਵਾਕਈ ਵੱਡਾ ਮਾਡਲ ਹੈਗਾ। ਮੈਨੂੰ ਡੀਸੈਂਟ ਬਹੁਤ ਵਧੀਆ ਮਾਡਲ ਆ। ਪਰ ਹਾਂਜੀ, ਸੋ ਇਹ ਮੈਂ ਜਿਹੜੀ ਗੱਲਬਾਤ ਇੱਥੇ ਇਸ ਲਈ ਕੀਤੀ ਕਿ ਇਕੱਲੇ ਨਹੀਂ ਹੈਗੇ ਇਹ ਰੇਸ ਦੇ ਵਿੱਚ। ਅਸੀਂ ਬਾਰ-ਬਾਰ ਦੇਖਿਆ ਕਿ ਚੈਟ GPT, ਤੁਸੀਂ ਸਟਾਰਗੇਟ ਦੀ ਹੁਣੇ ਗੱਲ ਕੀਤੀ ਹੈ, ਹਨਾ, ਉਹ ਜਿਹੜਾ ਉਹਨਾਂ ਕੋਲੈਬੋਰੇਸ਼ਨ ਕਰਕੇ $500 ਬਿਲੀਅਨ AI ਇਨਫਰਾਸਟ੍ਰਕਚਰ ਉੱਤੇ ਕਰਨਾ। ਮਾਈਕਰੋਸਾਫਟ ਨੇ ਕਿਹਾ ਕਿ ਉਹਨਾਂ 80 ਬਿਲੀਅਨ ਜਿਹੜਾ ਵਾ ਉਹ ਫਿਸਕਲ 2025 ਦੇ ਵਿੱਚ ਡੇਟਾ ਸੈਂਟਰ ਡਿਵੈਲਪਮੈਂਟ ਦੇ ਉੱਤੇ ਲਾਉਣਾ। ਐਮਾਜ਼ੋਨ ਨੇ ਕਿਹਾ ਕਿ ਅਸੀਂ ਤਕਰੀਬਨ $75 ਬਿਲੀਅਨ ਜਿਹੜਾ ਉਹ 2024 ਦੇ ਵਿੱਚ ਆਲਰੇਡੀ ਇਹਦੇ ਉੱਤੇ ਇਨਵੈਸਟ ਕੀਤਾ, ਹੈ ਨਾ। ਸੋ ਇਹ ਵੀ ਐਟ ਪਾਰ ਹੀ ਆ ਉਹਨਾਂ ਦੇ ਜਿਹੜੇ AI ਦੇ ਰਿਲੇਟਡ ਐਫਰਟ ਆ, ਕਿਉਂਕਿ ਆਪਾਂ ਪੈਸੇ ਦੀ ਜਿਹੜੀ ਗੱਲਬਾਤ ਆ ਇਸ ਲਈ ਵੀ ਕਰਦੇ ਹਾਂ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਫੋਲੋ ਦਾ ਮਨੀ। ਸੋ AI ਦੀ ਜਿਹੜੀ ਇਨਵੈਸਟਮੈਂਟ ਆ ਇਹ ਜਾਰੀ ਰਹੇਗੀ ਜੰਗੀ ਪੱਧਰ ਦੇ ਉੱਤੇ 2025 ਦੇ ਵਿੱਚ। ਜੀ ਬਿਲਕੁਲ ਇਹ ਡੈਫੀਨੇਟਲੀ ਇਹ ਚੋਂ ਕੋਈ ਪਿਛਾਂਹ ਜਿਹੜਾ ਉਹ ਹਟਣ ਵਾਲੇ ਨਹੀਂ ਆ। ਤੇ ਜ਼ਕਰਬਰਗ ਨੇ ਜਿੱਦਾਂ ਤੁਸੀਂ ਵੀ ਮੈਂਸ਼ਨ ਕੀਤਾ ਵੀ ਕਹਿੰਦਾ ਵੀ ਮਿਡ ਲੈਵਲ ਇੰਜੀਨੀਅਰ ਜਾਂ ਐਂਟਰੀ ਲੈਵਲ ਇੰਜੀਨੀਅਰ ਸਾਰੇ ਜਿਹੜੇ ਅਸੀਂ AI ਦੇ ਨਾਲ ਰਿਪਲੇਸ ਜਿਹੜੇ ਉਹ ਕਰ ਦੇਣੇ ਹੈਗੇ ਆ। ਸੋ ਓਬਵੀਅਸਲੀ ਜੇ $65 ਬਿਲੀਅਨ ਉਹਨੇ ਲਾਉਣਾ ਤੇ ਕਿਸੇ ਹੋਰ ਪਾਸੇ ਬਚਾਉਣੇ ਵੀ ਆ। ਸੋ ਇਹ ਸਾਰੀਆਂ ਚੀਜ਼ਾਂ ਕਰਨ ਲਈ ਜਿਹੜੀਆਂ ਉਹ ਚੱਲ ਰਹੀਆਂ। ਸਪੈਸੀਫਿਕਲੀ ਉਹਨਾਂ ਇਸ ਚੀਜ਼ ਦੇ ਉੱਤੇ ਰਾਜਕਰ ਨੇ ਕਿਹਾ ਸੀ ਕਿ ਉਹ ਇੱਕ AI ਇੰਜੀਨੀਅਰ ਬੋਟ ਜਿਹੜਾ ਬਣਾਉਣਗੇ ਕਿ ਜਿਹੜਾ ਕੰਟਰੀਬਿਊਟ ਕਰੂਗਾ ਆਲਰੇਡੀ, ਕਿਉਂਕਿ ਆਪਾਂ ਨੂੰ ਪਤਾ ਵੀ ਕੋਡ ਜਨਰੇਸ਼ਨ ਤਾਂ ਆਲਰੇਡੀ ਯੂਜ਼ਿੰਗ ਦਿਸ ਟੂਲਸ ਹੁੰਦੀ ਆ। ਉਹ ਕਹਿੰਦੇ ਕਿ ਉਹ ਕੰਟਰੀਬਿਊਟ ਕਰੂਗਾ ਫॉर ਇਨਕਰੀਜ਼ਿੰਗ ਅਮਾਉਂਟ ਆਫ ਕੋਡਸ ਟੂ ਡੂ ਇਟਸ ਰਿਸਰਚ ਐਂਡ ਡਿਜ਼ਾਈਨ ਐਫਰਟਸ। ਜੋ ਇਹਦਾ ਇਨਫਰਾਸਟ੍ਰਕਚਰ ਤਾਂ ਇਹਨੂੰ ਮਿਡ ਲੈਵਲ ਦੀ ਗੱਲ ਕੀਤੀ ਨਾ, ਜਿਹੜੇ ਐਕਸਪੀਰੀਅੰਸਡ ਇੰਜੀਨੀਅਰ ਹੁੰਦੇ ਆ ਉਹਨਾਂ ਨੂੰ ਆਪਾਂ ਨੂੰ ਲੋੜ ਨਹੀਂ, ਕਿਉਂਕਿ ਆਪਾਂ ਕੋਲ ਟੂਲ ਹੈਗੇ ਜਿਹੜੇ ਉਹਨਾਂ ਨੂੰ ਆਗੂਮੈਂਟ ਕਰ ਸਕਦੇ ਆ। ਜੀ, ਨਵੇਂ AI ਦੇ ਟੂਲਸ ਆ ਰਹੇ ਆ, ਓਪਨ AI ਦੇ ਆਪਰੇਟਰ ਤੇ ਡੀਪ ਸਰਚ, ਇਹ ਕੀ ਆ ਜੀ? ਇਹਨਾਂ ਬਾਰੇ ਕੀ ਆਪਾਂ ਨੂੰ ਪਤਾ ਹੈ ਸੋ ਫਾਰ? ਹਾਂਜੀ, ਸੋ ਇਹ ਵੇਖੋ, ਮੈਂ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਰਾਜਕਰ ਨੇ ਕਿਹਾ ਕਿ ਇੰਨੀ ਤੇਜ਼ੀ ਦੇ ਨਾਲ ਜਿਹੜੀਆਂ ਚੀਜ਼ਾਂ ਉਹ ਬਦਲ ਰਹੀਆਂ, ਹੈ ਨਾ। ਤੋ ਓਪਨ AI ਨੇ ਜਿਹੜੇ ਟੂਲ ਆ, ਹਨਾ, 2 ਹਫ਼ਤੇ ਪਹਿਲਾਂ ਆਪਰੇਟਰ ਕਰਕੇ ਇੱਕ ਟੂਲ ਆ ਉਹ ਬਾਹਰ ਲੈ ਕੇ ਆਂਦਾ। ਆਪਰੇਟਰ ਟੂਲ ਬਹੁਤ ਵਧੀਆ। ਗੂਗਲ ਅਸੀਂ ਗੂਗਲ ਉੱਪਰ ਜਾਂਦੇ ਹਾਂ, ਕੋਈ ਚੀਜ਼ ਨੂੰ ਰਿਸਰਚ ਕਰਦੇ। ਮੰਨ ਲਓ ਵੀ ਰਾਜਕਰ ਨੇ ਸੋਚਿਆ ਕਿ ਅੱਜ ਸ਼ਾਮ ਨੂੰ ਮੈਂ ਨਾ ਜਿੱਦਾਂ ਫਰੈਜ਼ਨੋ ਦਾ ਕੋਈ ਬੜੀ ਵਧੀਆ ਜਿਹਾ ਰੈਸਟੋਰੈਂਟ ਆ ਉੱਥੇ ਜਾਣਾ ਵਾ, ਪਰ ਉੱਥੇ ਉਹਨੂੰ ਰੈਜ਼ਰਵੇਸ਼ਨ ਦੀ ਲੋੜ ਆ। ਤੇ ਰਾਜਕਰ ਕੀ ਕਰੂਗਾ, ਗੂਗਲ ਦੇ ਉੱਤੇ ਜਾਂ ਬਿੰਗ ਦੇ ਉੱਪਰ ਜਾਊਗਾ, ਸਰਚ ਕਰੂਗਾ ਰੈਸਟੋਰੈਂਟ, ਉਹਦੀ ਵੈਬਸਾਈਟ ਤੇ ਜਾਊਗਾ, ਉਹਦੇ ਪੇਜ ਵੇਖੂਗਾ ਵੀ ਰੈਜ਼ਰਵੇਸ਼ਨ ਕਿੱਥੇ ਹੁੰਦੀ ਆ, ਤੇ ਉੱਥੇ ਜਾ ਕੇ 2 ਜਾਣੇ ਦੀ ਰੈਜ਼ਰਵੇਸ਼ਨ ਜਾਂ 3 ਜਾਣੇ ਦੀ ਜਾਂ ਫੈਮਿਲੀ ਦੀ ਜਾਂ 5 ਜਾਣੇ ਦੀ ਵੀ ਰੈਜ਼ਰਵੇਸ਼ਨ ਉੱਥੇ ਜਾ ਕੇ ਕਰਾਊਗਾ, ਹਨਾ। ਤੇ ਉੱਥੇ ਜਾ ਕੇ ਤੇ ਫਿਰ ਤੁਹਾਡੀ ਰੈਜ਼ਰਵੇਸ਼ਨ ਹੋ ਗਈ, ਫਿਰ ਤੁਹਾਨੂੰ ਈਮੇਲ ਆ ਜਾਊਗੀ। ਸੋ ਇਹ ਟੋਟਲ ਜਿਹੜੇ ਕੰਮ ਨੂੰ ਤਕਰੀਬਨ 5 ਤੋਂ 7 ਮਿੰਟ ਲੱਗ ਗਏ, ਹਨਾ।
ਆਪਰੇਟਡ ਟੂਲ ਰਾਜਕਰਨ ਨੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਡਿਜ਼ਾਈਨ ਕੀਤਾ ਕਿ ਉਹ ਜਿਹੜਾ ਤੁਸੀਂ ਇਹ ਸਾਰਾ ਕੰਮ ਕਰ ਰਹੇ ਹੋ ਇੱਕ ਕਮਾਂਡ ਬੇਸਡ ਹੋ ਜਾਏਗਾ। ਸੋ ਉਹਦੇ ਵਿੱਚ ਉਹਨਾਂ ਕੀ ਕਰਨਾ ਰਾਜਕਰਨ ਕਿ ਉਹਦੇ ਵਿੱਚ ਉਹਨਾਂ ਟੂਲ ਨੂੰ ਅਸੀਂ ਕਮਾਂਡ ਦੇ ਦਿੱਤੀ ਕਿ ਜਨੈਰਿਕ ਕਮਾਂਡ ਵੀ ਹੋ ਸਕਦੀ ਹੈ, ਜਿੱਦਾਂ ਇਸ ਕੇਸ ਦੇ ਵਿੱਚ ਰੈਸਟੋਰੈਂਟ ਦਾ ਨਾਮ ਵੀ ਹੋ ਸਕਦਾ ਕਿ ਫਲਾਣੇ ਰੈਸਟੋਰੈਂਟ ਦੇ ਵਿੱਚ ਜਾ ਕੇ 5 ਜਾਣਿਆਂ ਦਾ ਟੇਬਲ ਬੁੱਕ ਕਰਕੇ ਕਮਾਂਡ ਦੇ ਕੇ ਤੁਸੀਂ ਆਪਣੇ ਪਾਸੇ ਚਲੇ ਗਏ। ਸੋ ਟੂਲ ਨੇ ਜਿਹੜੇ ਤੁਸੀਂ ਕੰਮ ਜਿਹੜੇ ਹੈਗੇ ਉਹ ਡਿਫਾਈਨ ਮੈਂ ਪਹਿਲਾਂ ਕੀਤੇ ਕਿ ਆਨਲਾਈਨ ਗਿਆ, ਵੈਬਸਾਈਟ ਤੇ ਗਿਆ, ਉਹਦੇ ਤੇ ਇਨਫੋਰਮੇਸ਼ਨ ਪਾਈ, 5 ਜਾਣੇ ਸਰਚ ਕੀਤੇ। ਉਹ ਜਿਹੜਾ ਸਾਰਾ ਆਪਰੇਟਰ ਟੂਲ ਆ ਉਹਨੂੰ ਇਹ ਜਿਹੜਾ ਉਹ ਸਰਵ ਕਰੂਗਾ। ਸੋ ਜਿਹੜਾ ਆਪਰੇਟਰ ਟੂਲ ਆ ਉਹ ਸਾਰਾ ਦੇ ਸਾਰਾ ਇਹਨੂੰ ਇਹ ਸੇਮ ਥਿੰਗ ਇੱਕ ਵਾਰੀ ਸੁੰਦਰ ਪਚਾਈ ਨੇ ਹਰਵਿੰਦਰ ਦਿਖਾਈ ਨਹੀਂ ਸੀ ਕਿ ਆਪਣੇ ਜਦੋਂ ਮਿਲਦਾ ਗੂਗਲ ਅਸਿਸਟੈਂਟ ਦਿਖਾਇਆ ਸੀ, ਉਹਨੇ ਆਪਣੇ ਆਪ ਕਾਲ ਕਰ ਲਈ ਸੀ, ਉਹ ਵੀ ਉਹ ਕਰ ਲੈਂਦੇ ਆ ਵੀ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਆ। ਸੋ ਇਹ ਸਾਰੀ ਚੀਜ਼ਾਂ ਠੀਕ ਆ ਰਾਜਕਰਨ, ਉਹ ਇਹ ਕਿਉਂਕਿ ਕੰਪਨੀਜ਼ ਇਹਨਾਂ ਦੇ ਟੂਲ ਉਹਦੇ ਉੱਤੇ ਥੱਲੇ ਇੱਕ ਦੂਜੇ ਉੱਤੇ ਆਈ ਜਾਂਦੇ, ਹੋਰ ਵੀ ਕੰਪਨੀਜ਼ ਦੇ ਟੂਲ ਐਗਜ਼ਿਸਟ ਕਰਦੇ ਆ। ਪਰ ਮੈਂ ਆਪਰੇਟਰ ਦੀ ਗੱਲ ਇੱਥੇ ਇਸ ਲਈ ਰਾਜਕਰਨ ਕੀਤੀ ਕਿਉਂਕਿ ਮੈਨੂੰ ਆਪ ਟਰਾਈ ਕੀਤਾ। ਅੱਛਾ, ਸੋ ਇਟ ਵਰਕਸ ਰੀਲੀ ਵੈਲ। ਅੱਛਾ, ਉਹਨੇ ਵਧੀਆ ਬਣਾਈ ਫਿਰ ਗੁੱਡ ਰੈਸਟੋਰੈਂਟ ਸਾਡੀ। ਹਾਂਜੀ, ਸੋ ਮੈਂ ਕੋਸ਼ਿਸ਼ ਇਹ ਕਰੂੰਗਾ ਕਿ ਮੈਂ ਉਹਨੂੰ ਥੋੜਾ ਜਿਹਾ ਹੈ ਨਾ ਰਿਸਰਚ ਕਰਕੇ ਉਹਦੀ ਛੋਟੀ ਜਿਹੀ ਵੀਡੀਓ ਬਣ ਜੇ ਤਾਂ ਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਉਹਨੂੰ ਇੰਟੀਗ੍ਰੇਟ ਕਰ ਸਕੀਏ। ਸੋ ਇਟਸ ਰੀਲੀ ਗੁੱਡ। ਜੀ ਜੀ ਜੀ, ਬਿਲਕੁਲ। ਸੋ ਜੀ, ਨਾਲ ਦੀ ਨਾਲ ਉਹਦੇ ਵਿੱਚ ਰਾਜਕਰਨ ਨੇ ਕੋਸ਼ਿਸ਼ ਇਹ ਰਹੂਗੀ ਕਿ ਇਹਦੀ ਮੈਂ ਇੱਕ ਵੀਡੀਓ ਬਣਾ ਕੇ ਵੀ ਇਹਦੇ ਚ ਪਾ ਦਾਂ, ਉਹਦੇ ਵਿੱਚ ਤੁਹਾਨੂੰ ਜਿਹੜੀ ਸਾਰੀ ਗੱਲ ਆ ਉਹ ਸਮਝ ਆ ਜਾਏਗੀ। ਅੱਛਾ, ਤੇ ਜਿਹੜਾ ਦੂਸਰਾ ਜਿਹੜਾ ਡੀਪ ਸਰਚ ਆ ਉਹ ਫਿਰ ਕੀ ਕਰਦਾ? ਡੀਪ ਸਰਚ ਇੱਕ ਹੋਰ ਸਿਮਿਲਰ ਆਈਡੀਆ ਦੇ ਉੱਪਰ ਹੀ ਆ, ਪਰ ਉਹ ਉਹਨਾਂ ਨੇ ਇੰਟੀਗ੍ਰੇਟ ਕੀਤਾ ਹੈ ਚੈਟ ਜੀਪੀਟੀ ਦੇ ਵਿੱਚ ਹੀ। ਅਜੇ ਜਿਹੜੇ 2 ਤਰੀਕ ਨੂੰ ਉਹਨਾਂ ਸ਼ਾਮ ਨੂੰ ਇਹ ਟੂਲ ਰਿਲੀਜ਼ ਕੀਤਾ, 2 ਫਰਵਰੀ ਨੂੰ। ਤੇ ਉਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ ਆਪਾਂ ਨਾਰਮਲ ਗੂਗਲ ਸਰਚ ਕਰਦੇ ਆ ਤੇ ਗੂਗਲ ਸਰਚ ਦੇ ਉੱਤੇ ਗੂਗਲ ਦੇ ਉੱਤੇ ਜੋ ਵੀ ਡੇਟਾ ਆਪਾਂ ਕੋਲ ਹੈਗਾ ਸਾਹਮਣੇ ਆ ਜਾਂਦਾ। ਪਰ ਜਿਹੜੇ ਕਈ ਵਾਰ ਆਪਾਂ ਨੂੰ ਡੀਪ ਰਿਸਰਚ ਚਾਹੀਦੀ ਹੁੰਦੀ ਕਿਸੇ ਚੀਜ਼ ਦੀ, ਮਿਸਾਲ ਦੇ ਤੌਰ ਦੇ ਉੱਤੇ ਕੋਈ ਕੰਪਲਿਕੇਟਡ ਸਬਜੈਕਟ ਹੁੰਦੇ ਆ, ਜੀਓਪੋਲਿਟਿਕਸ ਦੇ ਹੋ ਗਏ, ਬਾਇਓਟੈਕਨੋਲੋਜੀ ਦੇ ਹੋ ਗਏ ਜਾਂ ਹੋਰ ਸਾਇੰਸ ਦੇ ਹੋ ਗਏ, ਹਨਾ। ਸੋ ਉਹਦੇ ਵਿੱਚ ਆਪਾਂ ਨੂੰ ਕਵਾਂਗੇ ਵੀ ਭਾਈ ਤੁਸੀਂ ਸਾਨੂੰ ਜਿੱਦਾਂ ਰਿਸਰਚ ਪੇਪਰ ਹੁੰਦੇ ਆ ਨਾ, ਰਿਸਰਚ ਕਰਕੇ ਤੁਸੀਂ ਡੇਟਾ ਇਕੱਠਾ ਕਰਕੇ ਤੁਸੀਂ ਰਿਸਰਚ ਪੇਪਰ ਲਿਖ ਸਕਦੇ ਹੋ। ਸੋ ਉਹ ਆਈਡੀਆ ਹੈਗਾ ਉਹਨਾਂ ਦਾ ਡੀਪ ਰਿਸਰਚ ਦਾ। ਤੇ ਮੈਂ ਰਾਜਕਰਨ ਕੋਸ਼ਿਸ਼ ਇਹ ਕੀਤੀ ਕਿ ਜਦੋਂ ਮੇਰੇ ਕੋਲ ਆਇਆ ਤੇ ਅੱਜ ਮੈਂ ਸਵੇਰੇ ਉਹਨੂੰ ਮੈਂ ਕਿਹਾ ਮੈਂ ਕੁਛ ਹੈ ਨਾ ਆਪਣੇ ਰਿਸਰਚ ਤੇ ਬੇਸਡ ਨੂੰ ਕਮਾਂਡ ਦਿੱਤੀ। ਸੋ ਉਹਦੇ ਰਿਜ਼ਲਟਸ ਜਿਹੜੇ ਇਮੀਡੀਏਟਲੀ ਨਹੀਂ, ਉਹ ਕਹਿੰਦਾ ਕਿ ਠੀਕ ਆ ਮੈਂ ਤੁਹਾਡੀ ਕਮਾਂਡ ਲਾ ਲਈ, ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਅੰਡਰਸਟੂਡ, ਤੇ ਮੈਨੂੰ ਉੱਤੇ ਰਿਸਰਚ ਕਰ ਲੈਣ ਦਿਓ ਤੇ ਆਲ ਗੈਟ ਬੈਕ ਟੂ ਯੂ। ਸੋ ਅੱਧਾ ਘੰਟਾ ਮੈਂ ਉਹਨੂੰ ਦੇਖਿਆ, ਉਹ ਅਜੇ ਵੀ ਰਿਸਰਚ ਕਰ ਰਿਹਾ ਸੀ। ਸੋ ਜੇ ਉਹਦਾ ਆਪਾਂ ਨੂੰ ਰਿਜ਼ਲਟ ਆ ਜਾਂਦੇ ਆ ਤੇ ਆਪਾਂ ਉਹਦੇ ਨਾਲ ਹੈ ਨਾ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ ਟਾਕ ਸ਼ੋਜ਼ ਦੇ ਵਿੱਚ ਉਹਨੂੰ ਸ਼ੇਅਰ ਕਰਾਂਗੇ, ਉਹਨੂੰ ਐਨਾਲਾਈਜ਼ ਕਰਕੇ ਕਿ ਕਿੱਦਾਂ ਦੇ ਆ। ਪਰ ਬੇਸਿਕਲੀ ਗੱਲ ਉਹਦੇ 'ਚ ਇਹ ਹੈ ਕਿ ਘੰਟਿਆਂ ਬੱਧੀ ਜਿਹੜੀ ਰਿਸਰਚ ਆ ਹਿਊਮਨ ਮਾਈਂਡ ਨੇ ਗੂਗਲ ਦੇ ਉੱਤੋਂ ਜਾਣੀ, ਰਿਸਰਚ ਪੇਪਰਾਂ ਦੇ ਵਿੱਚੋਂ ਹੈ ਨਾ ਇਨਫੋਰਮੇਸ਼ਨ ਲੱਭਣੀ ਤੇ ਉਹਨੂੰ ਕੰਪਾਈਲ ਕਰਨਾ, ਉਹ ਜਿਹੜਾ ਡੀਪ ਸਰਚ ਦਾ ਜਿਹੜਾ ਕੰਮ ਆ ਉਹ ਚੈਟ ਜੀਪੀਟੀ ਨੇ ਇੰਟੀਗ੍ਰੇਟ ਕੀਤਾ। ਕਲੇਮ ਕੀਤਾ ਜਾ ਰਿਹਾ ਕਿ ਇਹ ਬਹੁਤ ਵਧੀਆ ਵਾ, ਤੇ ਪਰ ਐਜ਼ ਉਹਨੂੰ ਅਸੀਂ ਯੂਜ਼ ਕਰਾਂਗੇ, ਉਹਨੂੰ ਅਸੀਂ ਲੈ ਕੇ ਆਵਾਂਗੇ ਸਾਡੇ ਸਾਹਮਣੇ, ਆਪਣੇ ਸਰੋਤਿਆਂ ਤੇ ਵਿਊਅਰਸ ਦੇ ਸਾਹਮਣੇ ਵੀ ਉਹਨੂੰ ਕਿੰਨਾ ਕੁ ਉਹਦੀ ਐਫੀਸ਼ੀਐਂਸੀ ਆ। ਪਰ ਇੱਕ ਵਾਕਈ ਵੱਡੀ ਟੈਕਨੀਕ ਆ। ਹੁਣ ਸਾਨੂੰ ਅਗੇਨ ਐਜ਼ ਅ ਯੂਜ਼ਰ ਸਾਨੂੰ ਕੀ ਬੈਨੀਫਿਟ ਆ ਰਾਜਕਰਨ? ਸਾਡੇ ਕੋਲ ਬਹੁਤ ਜਿਹੜਾ ਇਤਿਹਾਸਕ ਤੌਰ ਦੇ ਉੱਤੇ ਖਜ਼ਾਨਾ ਪਿਆ ਹੋਇਆ ਚੀਜ਼ਾਂ ਦਾ। ਅਸੀਂ ਜੇ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਇਤਿਹਾਸਕ ਡੇਟਾਬੇਸ ਕੋਈ ਇੱਦਾਂ ਦਾ ਇਕੱਠਾ ਕਰ ਸਕੀਏ, ਉਹਨਾਂ ਦੇ ਉੱਪਰ ਇੱਦਾਂ ਦੇ ਟੂਲ ਆਪਾਂ ਡਿਪਲੋਏ ਕਰ ਸਕੀਏ, ਤੇ ਆਪਾਂ ਬਹੁਤ ਕੁਛ ਆ ਜੋ ਆਪਾਂ ਜਿਹੜੀਆਂ ਚੀਜ਼ਾਂ ਉਹਨੂੰ ਅਸੀਂ ਸਾਹਮਣੇ ਲਿਆ ਸਕਦੇ ਹਾਂ ਤੇ ਉਹਦਾ ਕੰਟੈਂਟ ਵੀ ਜਨਰੇਟ ਕਰ ਸਕਦੇ ਹਾਂ। ਜੀ ਜੀ ਜੀ, ਬਿਲਕੁਲ ਹਰਵਿੰਦਰ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ, ਤੇ AI ਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਆਪਾਂ ਆਉਂਦੇ ਸਮੇਂ ਦੇ ਵਿੱਚ ਡੈਫੀਨੇਟਲੀ ਜਿਹੜੇ ਉਹ ਕਰਾਂਗੇ, ਕੀ ਕੁਛ ਹੋਰ ਜਿਹੜਾ ਤਬਦੀਲੀਆਂ ਆ ਰਹੀਆਂ, ਕੀ ਨਵੀਆਂ ਜਿਹੜੇ ਟੂਲਸ ਆ ਉਹ ਤੁਹਾਡੇ ਲਈ ਜਿਹੜੇ ਉਪਲਬਧ ਨੇ, ਤੇ ਇਵੈਂਚੁਅਲੀ ਕਿਸੇ ਆਪਾਂ ਆਈ ਥਿੰਕ ਸ਼ੋਅ ਦੇ ਵਿੱਚ ਹਰਵਿੰਦਰ ਇਹ ਵੀ ਕਰਾਂਗੇ ਵੀ ਤੁਸੀਂ ਵਰਤ ਕਿੱਦਾਂ ਸਕਦੇ ਇਹਨਾਂ ਟੂਲਸ ਨੂੰ ਟੂ ਯੋਰ ਬੈਨੀਫਿਟ ਟੂ। ਵੀ ਆਈ ਥਿੰਕ ਬਹੁਤ ਵੱਡੀ ਇੱਕ ਜਿਹੜੀ ਆਈ ਥਿੰਕ ਅੜਚਨ ਇਹ ਆ, ਸਭ ਨੂੰ ਪਤਾ ਜ਼ਰੂਰ ਹੈਗਾ ਵੀ ਆਹ ਚੀਜ਼ ਹੈਗੀ ਆ, ਉਹ ਚੀਜ਼ ਹੈਗੀ ਆ, ਪਰ ਇਹਨੂੰ ਵਰਤਣਾ ਕਿੱਦਾਂ ਆ, ਆਈ ਥਿੰਕ ਉਹਦੇ ਤੇ ਵੀ ਆਪਾਂ ਹੁਣ ਆਉਂਦੇ ਸਮੇਂ ਦੇ ਵਿੱਚ ਕਿਤੇ ਫੋਕਸ ਕਰਕੇ ਉਹ ਵੀ ਚੀਜ਼ਾਂ ਜਿਹੜੀਆਂ ਆਪਣੇ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ ਜਿਹੜਾ ਉਹ ਪੇਸ਼ ਕਰਦੇ ਆ। ਹੁਣ ਲਈ ਨਹੀਂ ਆਪਾਂ ਜਾਂਦੇ ਮੈਂ ਵੀ ਦੱਸ ਦਵਾਂ ਕਿ ਸੌਰੀ ਮੈਂ ਇੰਟਰਪਟ ਜਾਂਦੇ ਮੈਂ ਇਹ ਦੱਸ ਦਵਾਂ ਕਿ ਕੁਛ ਮੈਂ ਨਾ ਆਪਣੇ ਸਰੋਤਿਆਂ ਦੇ ਲਈ ਕੁਛ ਚੀਜ਼ਾਂ ਸਰਚ ਕਰਕੇ ਰੱਖੀਆਂ ਸੀ ਕਿ ਜਿਹੜੇ ਬਿਗਨਰਸ ਆ ਉਹ ਕਿੱਦਾਂ ਲੈ ਸਕਦੇ ਆ ਇਹਦੀ ਜਾਣਕਾਰੀ, ਹੈ ਨਾ। ਵੀ 30 ਮਿੰਟ ਦਾ ਗੂਗਲ ਦਾ ਕ੍ਰੈਸ਼ ਕੋਰਸ ਹੈਗਾ ਜਨਰੇਟਿਵ AI ਕੀ ਆ,
ਇੱਕ ਹੋਰ ਹੈਗਾ ਕਿ ਜਨਰੇਟਿਵ AI ਫॉर एवरीवन ਐਂਡਰੂ ਨਗ ਜਿਹੜੇ ਬਹੁਤ ਜ਼ਿਆਦਾ ਜਿਹਨਾਂ ਰਿਸਰਚ ਕੀਤੀ ਆ ਬਿਗਨਰਸ ਤਾਂ AI ਦੇ ਨਾਲ 12 ਵੀਕ ਦਾ 24 ਲੈਸਨ ਦਾ ਕਰਿਕੂਲਮ ਆ ਮਸ਼ੀਨ ਲਰਨਿੰਗ ਮਾਈਕਰੋਸਾਫਟ ਫॉर ਬਿਗਨਰਸ ਇਹ ਕੁਝ ਜਿਹੜੇ ਲਿੰਕ ਆ ਇਹ ਮੈਂ ਲੱਭੇ ਹੋਏ ਆ ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਆਪਣੀ ਜਿਹੜੀ ਕੋਸ਼ਿਸ਼ ਕੀ ਅਸੀਂ ਜਿਹੜੇ ਸੋਸ਼ਲ ਮੀਡੀਆ ਦੇ ਹੈਂਡਲਸ ਜਿੱਥੋਂ ਆਪਾਂ ਜਾਣਕਾਰੀ ਜਿਹੜੀ ਆ ਉਹ ਜਿੱਥੇ ਸ਼ੇਅਰ ਕਰਨੀ ਆ ਉੱਥੇ ਅਸੀਂ ਉਹਨਾਂ ਨੂੰ ਪੇਸ਼ ਕਰ ਦਾਂਗੇ ਜੀ ਬਿਲਕੁਲ ਧੰਨਵਾਦ ਹਰਵਿੰਦਰ ਬੜੀ ਮਿਹਰਬਾਨੀ ਮਿਲਦੇ ਹਾਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ